ਖਿਜੇ ਤੇ ਹੋਏ ਨੇ ਇਸ ਗੱਲੋਂ ਕਿ ਸਾਡੇ ਸਾਥੀ ਛੱਡ ਗਏ ਨੇ। ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਇੰਨੇ ਵੱਡੇ ਵੱਡੇ ਮੰਤਰੀਆਂ ਦੇ ਅਹੁਦੇ ਤੇ ਰਹੇ, ਅੱਜ ਭਾਜਪਾ ਦੇ ਝੋਲੀ ਦੇ ਵਿੱਚ ਜਾ ਕੇ ਬਹਿ ਗਏ ਨੇ। ਨਾਅਰੇ ਲਾ ਰਹੇ ਸਨ ਕਿ ਸਾਡੇ ਹੱਕ ਇੱਥੇ ਰੱਖ, ਮਤਲਬ ਕਿ ਰਿਸ਼ਵਤਖੋਰੀ ਇਹਨਾਂ ਦਾ ਹੱਕ ਹੈ। ਕਾਂਗਰਸ ਵਾਲੇ ਇਹ ਗੱਲ ਕਹਿ ਰਹੇ ਨੇ ਕਿ ਧੱਕਾ ਹੋ ਰਿਹਾ ਸਾਡੇ ਨਾਲ ਤੇ ਸਿਆਸੀ ਬਦਲਾਖੋਰੀ ਹੋ ਰਹੀ ਹੈ। ਭਾਈ ਤੁਸੀਂ ਵੀ ਤਾਂ ਇਹੋ ਹੀ ਕਹਿੰਦੇ ਸੀ। ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦੇ ਸੀ? ਆ ਜਿਹੜਾ ਬਲੂੰਗੜਾ ਜਿਹਾ, ਆ ਇੱਕ ਬਾਂਦਰ ਜਿਹਾ, ਇਹ ਨਸ਼ਾ ਵੇਚਦੇ ਰਹੇ ਨੇ, ਨਹੀਂ ਫਲਾਨਾ ਕੰਮ ਕੀਤਾ, ਮੈਂ ਇਹਨਾਂ ਨੂੰ ਪਿੱਛੇ ਡੱਕ ਦੂੰ, ਐਂ ਕਰ ਦੂੰ, ਉਹ ਕਰ ਦੂੰ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ 4.5 ਸਾਲ ਸਰਕਾਰ ਚਲਾਈ ਹੈ, ਮੂੰਹ ਵਿੱਚ ਘੁੰਗਣੀਆਂ ਪਾ ਕੇ ਬਹੁਤੇ ਕਾਂਗਰਸੀ ਬੈਠੇ ਰਹੇ, ਤੇ ਉਹ ਜਿਸ ਨੇ ਸਭ ਤੋਂ ਵੱਧ ਆਵਾਜ਼ ਉਠਾਈ ਅੱਜ ਅੰਦਰ ਬੈਠਾ ਹੈ, ਉਹਦੇ ਹੱਕ ਵਿੱਚ ਬੋਲਣ ਵਾਲੇ ਕਿੰਨੇ ਨੇ? ਜੇ ਪੰਜਾਬ ਵਿੱਚੋਂ ਗਿਣੇ ਚੁਣੇ ਇਮਾਨਦਾਰ ਬੰਦਿਆਂ ਦੀ ਸੂਚੀ ਰਾਜਨੇਤਾਵਾਂ ਦੀ ਤਿਆਰ ਕਰਨੀ ਹੋਵੇ ਤੇ ਇੰਨੀ ਕੁ ਸੂਚੀ ਬਣਨੀ ਹੈ। ਦੁਪਹਿਰੇ ਦਿਨ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਾ ਬੈਠੇ ਹੋ, ਤੁਹਾਨੂੰ ਲੱਗਦਾ ਕਿ ਮੁੱਦਾ ਖੜਾ ਹੋ ਜਾਵੇਗਾ ਇਸ ਤਰ੍ਹਾਂ? ਫਿਰ ਤੁਸੀਂ ਰਾਜਾ ਵੜਿੰਗ ਜੀ, ਜਿੱਦਣ ਤੁਹਾਨੂੰ ਟਰਾਂਸਪੋਰਟ ਮਿਨਿਸਟਰ ਬਣਾਇਆ ਗਿਆ ਚੰਨੀ ਸਰਕਾਰ ਦੇ ਵਿੱਚ, ਤੁਸੀਂ ਕਿਉਂ ਭੱਜ ਪਏ ਰਾਤੋਂ ਰਾਤ ਤੇ ਕਿਉਂ ਤੁਸੀਂ ਘਪੜੇ ਤੇ ਘਪਲਾ ਕੱਢ ਕੇ ਲਿਆ ਰਹੇ ਸੀ? ਤੁਹਾਨੂੰ ਤਾਂ ਕਿਸੇ ਨੇ ਰੋਕਿਆ ਨਹੀਂ। ਟੋਲ ਲਾ ਕੇ ਕੱਲੀ ਕੱਲੀ ਸੜਕ ਤੇ ਤੁਸੀਂ ਪੰਜਾਬ ਨੂੰ ਵੇਚ ਦਿੱਤਾ। ਵੱਡੇ ਵੱਡੇ ਮਹਿਕਮੇ 'ਚ ਵੱਡੇ ਵੱਡੇ ਘਪਲੇ ਹੋ ਗਏ ਔਰ ਤੁਸੀਂ ਰੋਜ਼ਗਾਰ ਕਿਸੇ ਨੂੰ ਦੇ ਨਾ ਸਕੇ। ਤੁਸੀਂ ਆਟਾ ਚੌਲ ਵੰਡਣ ਤੇ ਆ ਗਏ। ਉਹ ਸੂਬਾ ਜੋ ਦੇਸ਼ ਵਾਸਤੇ ਅੰਨਦਾਤਾ ਸੀ, ਜਿਸ ਦੇ ਮੂਹਰੇ ਸਾਰਾ ਦੇਸ਼ ਥਾਲ ਲੈ ਕੇ ਖੜਦਾ ਸੀ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ 6378 ਠੇਕੇ ਨੇ। ਛੋਟੇ ਜਿਹੇ ਸੂਬੇ ਦੇ ਵਿੱਚ ਤਕਰੀਬਨ 6,500 ਠੇਕੇ ਪੰਜਾਬ ਵਿੱਚ ਨੇ, ਤੇ DFO ਤੇ ਹੋਰ ਵੀ ਪੰਜਾਬ ਵਿੱਚ ਬਹੁਤ ਹੋਣਗੇ, ਪਰ ਇਹ ਖਾਸਮ ਖਾਸ DFO ਸੀ ਜਿਸ ਨੇ ਦੱਸਿਆ ਜਾਂਦਾ ਕਿ ਬਹੁਤ ਜ਼ਿਆਦਾ ਨਜ਼ਦੀਕੀ ਜਿਹੜੀ ਸੀ ਸਾਧੂ ਸਿੰਘ ਧਰਮਸੋਤ ਦੇ ਨਾਲ ਬਣਾਈ। ਕਦੀ ਜਿਵੇਂ ਕਹਿੰਦੇ ਨੇ ਕਿ ਮੈਂ ਕਦੀ ਹੱਥ ਨਹੀਂ ਲਾਇਆ, ਉਹ ਹੱਥ ਦੱਸਿਆ ਜਾਂਦਾ ਕਿ ਸਾਰਾ ਚਮਕੌਰ ਸਿੰਘ ਹੀ ਲਾਉਂਦੇ ਸਨ। ਤੇ ਜੋ ਕਣਕ ਨੂੰ ਲੈ ਕੇ ਇਸ ਵੇਲੇ ਵਿਸ਼ਵ ਦੀ ਮੰਡੀ ਦੇ ਵਿੱਚ ਮਾਰਾਮਾਰੀ ਪਈ ਹੋਈ ਹੈ, ਸਰਕਾਰ ਦਾ ਜਲੂਸ ਨਿਕਲ ਜਾਣਾ ਸੀ। ਸਰਕਾਰ ਦੀਆਂ ਆਪਣੀਆਂ ਮਿੱਲਾਂ, ਕੋਆਪਰੇਟਿਵ ਮਿੱਲਾਂ ਅਦਾਇਗੀ ਦੇ ਮਾਮਲੇ ਵਿੱਚ ਪ੍ਰਾਈਵੇਟ ਤੋਂ ਵੀ ਪਛੜੀਆਂ ਹੋਈਆਂ। ਜਿਹੜੇ ਤੁਹਾਡੇ ਬੁਲਾਰੇ ਨੇ ਸਰਕਾਰ ਦੇ, ਕੇਂਦਰ ਦੇ, ਉਹ ਦਮਗਜੇ ਮਾਰਦੇ ਨੇ ਕਿ ਸਾਡੀ ਇਕੋਨਮੀ ਇਸ ਸਪੀਡ ਨਾਲ ਗਰੋ ਕਰ ਰਹੀ ਹੈ, ਅਸੀਂ ਆਹ ਲੈ ਆਵਾਂਗੇ, ਅਸੀਂ ਉਹ ਕਰਾਂਗੇ। ਫਿਰ ਕਿਸਾਨਾਂ ਨੂੰ ਵੀ ਦੇ ਦਿਓ ਥੋੜ੍ਹਾ ਬਹੁਤ। ਅੱਜ ਸਰਕਾਰਾਂ, ਵਿਸ਼ਵ ਜਿਹੜਾ ਪੂਰਾ ਭਾਰਤ ਵੱਲ ਨੂੰ ਦੇਖ ਰਿਹਾ ਕਿ ਕਣਕ ਦਾ ਵੱਡਾ ਪ੍ਰੋਡਿਊਸਰ ਹੈ, ਖੰਡ ਦਾ ਵੱਡਾ ਪ੍ਰੋਡਿਊਸਰ ਹੈ, ਇਹ ਸਾਨੂੰ ਕੁਝ ਦੇਵੇਗਾ, ਤੇ ਇਹ ਜਿੰਦੇ ਮਾਰ ਕੇ ਬੈਠੇ ਹੋਏ ਨੇ। ਤੁਸੀਂ ਦੇਖ ਰਹੇ ਹੋ ਜੀ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਪੰਜਾਬ ਦੀ ਧਰਤੀ ਅੱਜ-ਕੱਲ੍ਹ ਗੁਰੂਆਂ ਪੀਰਾਂ ਦੀ ਧਰਤੀ ਘੱਟ ਲੱਗਦੀ ਹੈ ਤੇ ਧਰਨਿਆਂ ਦੀ ਧਰਤੀ ਵੱਧ ਲੱਗਦੀ ਹੈ। ਕੁਝ ਜਾਇਜ਼ ਵੀ ਨੇ ਤੇ ਕੁਝ ਤਾਂ ਬਿਲਕੁਲ ਨਿਰੀਆਂ ਪੁਰੀਆਂ ਰੋਟੀਆਂ ਸੇਕਣ ਵਾਲੀ ਗੱਲ ਜਾਪਦੀ ਹੈ। ਜੇ ਅੱਜ ਦੀ ਗੱਲ ਕਰੀਏ ਤੇ ਤਿੱਖੜ ਦੁਪਹਿਰੇ ਸੀਨੀਅਰ ਕਾਂਗਰਸ ਲੀਡਰਸ਼ਿਪ ਜਾ ਕੇ CM ਮਾਨ ਦੇ ਘਰ ਦੇ ਬਾਹਰ ਬੈਠੇ ਸੀ, ਧਰਨਾ ਦੇ ਰਹੇ ਸੀ। ਪੁਲਿਸ ਨਾਲ ਉਲਝ ਕੇ ਪੁਲਿਸ ਚੁੱਕ ਕੇ ਲੈ ਗਈ। ਮੇਰੇ ਨਾਲ ਇਹਨਾਂ ਗੱਲਾਂ ਬਾਤਾਂ ਤੇ ਚਾਨਣਾ ਪਾਉਣਗੇ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਸਭਲੀਨ। ਇੱਥੋਂ ਸ਼ੁਰੂਆਤ ਕਰਦੇ ਹਾਂ। ਤਿੱਖੜ ਦੁਪਹਿਰਾ ਰਾਜਾ ਵੜਿੰਗ ਤੇ ਹੋਰ ਸੀਨੀਅਰ ਕਾਂਗਰਸੀ ਲੀਡਰਸ਼ਿਪ ਜਿਹੜੀ ਆ ਮਾਨ ਦੇ ਘਰ ਦੇ ਬਾਹਰ ਬੈਠੇ, ਉੱਥੇ ਉਲਝ ਕੇ ਪੁਲਿਸ ਉਹਨਾਂ ਨੂੰ ਚੁੱਕ ਕੇ ਲੈ ਗਈ। ਕਿਉਂ ਮਿਲਣਾ ਚਾਹੁੰਦੇ ਨੇ ਮੁੱਖ ਮੰਤਰੀ ਨੂੰ? ਤੁਸੀਂ ਕਿਹਾ ਕਿ ਤਿੱਖੜ ਦੁਪਹਿਰਾ, ਜਦੋਂ ਸੱਤਾ ਸੁੱਖ ਭੋਗਿਆ ਹੋਵੇ ਨਾ, 70-75 ਸਾਲ ਪਿਛਲੇ ਛੱਡ ਦਿਓ, 1992 ਤੋਂ ਲੈ ਕੇ 2022 ਤੱਕ 30 ਸਾਲ ਤੇ ਸਾਂਝੀ ਸੱਤਾ ਭੋਗੀ ਹੋਵੇ, ਅਕਾਲੀ ਤੇ ਕਾਂਗਰਸੀ ਇੱਕਮਿਕ ਹੋ ਕੇ 5 ਸਾਲ ਲਓ, 5 ਸਾਲ ਲਓ, 5 ਸਾਲ ਲਓ, ਇਹ ਹਿਸਾਬ ਕਿਤਾਬ ਰਿਹਾ ਹੋਵੇ, ਤੇ ਫਿਰ ਤਿੱਖੜ ਦੁਪਹਿਰ ਨੂੰ ਤੇ ਬਾਹਰ ਨਿਕਲਣਾ ਹੀ ਪੈਣਾ ਜਦੋਂ ਹੱਥ ਪੱਲੇ ਹੁਣ ਕੁਝ ਨਾ ਹੋਵੇ। ਅਕਾਲੀ ਦਲ ਦੀ ਸਮੱਸਿਆ ਤਾਂ ਇਹ ਹੈ ਕਿ ਉਹਨਾਂ ਕੋਲ ਇੰਨੇ ਵਿਅਕਤੀ ਜਾਂ ਇੰਨੇ ਕਾਰਕੁਨ ਵੀ ਨਹੀਂ ਮੌਜੂਦ ਕਿ ਉਹ ਇਸ ਵੇਲੇ ਕੋਈ ਇਸ ਤਰ੍ਹਾਂ ਦਾ ਮੁਜ਼ਾਹਰਾ ਕਰਨ ਦੇ ਯੋਗ ਹੋਣ। ਜਿੱਥੇ ਤੱਕ ਕਾਂਗਰਸ ਦੀ ਗੱਲ ਹੈ, ਕਾਂਗਰਸ ਪੰਜਾਬ ਸਰਕਾਰ ਨੂੰ ਘੇਰਨ ਦੇ ਮੂਡ 'ਚ ਹੈ। ਕੋਈ ਇੱਕ ਨਿੱਕਾ ਜਿਹਾ ਮੌਕਾ ਵੀ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ ਕਾਂਗਰਸ, ਪਰ ਕਾਂਗਰਸ ਦੀਆਂ ਸਮੱਸਿਆਵਾਂ ਵੀ ਬਹੁਤ ਨੇ। ਰਾਜਾ ਵੜਿੰਗ ਆਪਣੀ ਗੱਦੀ ਨੂੰ ਬਚਾਉਣ ਲਈ ਤੇ ਕਾਂਗਰਸ ਹਾਈ ਕਮਾਨ ਦੇ ਕੋਲ ਆਪਣੇ ਨੰਬਰ ਬਣਾਉਣ ਲਈ ਕੁਝ ਇਹੋ ਜਿਹੇ ਕੰਮ ਕਰ ਦੇਣਾ ਚਾਹੁੰਦੇ ਨੇ ਜਿਨ੍ਹਾਂ ਨਾਲ ਪੰਜਾਬ ਦੇ ਵਿੱਚ ਕਾਂਗਰਸ ਦੀ ਪੈਠ ਵੱਜ ਜਾਵੇ। ਖਿਜੇ ਤੇ ਹੋਏ ਨੇ ਇਸ ਗੱਲੋਂ ਕਿ ਸਾਡੇ ਸਾਥੀ ਛੱਡ ਗਏ ਨੇ। ਭਾਜਪਾ ਵਿੱਚ ਪਹੁੰਚ ਗਏ ਕਈ, ਤੇ
ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਇੰਨੇ ਵੱਡੇ ਵੱਡੇ ਮੰਤਰੀਆਂ ਦੇ ਅਹੁਦੇ ਤੇ ਰਹੇ, ਅੱਜ ਭਾਜਪਾ ਦੇ ਝੋਲੀ ਦੇ ਵਿੱਚ ਜਾ ਕੇ ਬਹਿ ਗਏ ਨੇ। ਤੇ ਜੇ ਅਸੀਂ ਹੁਣ ਗੱਲ ਕਰੀਏ ਤੇ 3 ਜਿਹੜੇ ਮੰਤਰੀ ਨੇ ਇਹਨਾਂ ਦੇ ਜੇਲ੍ਹ ਵਿੱਚ ਜਾਣ ਦੀ ਤਿਆਰੀ ਕਰੀ ਬੈਠੇ ਨੇ, 2 ਤੇ ਬਹਿ ਗਏ ਨੇ, ਸਾਧੂ ਸਿੰਘ ਧਰਮਸੋਤ ਤੇ ਨਵਜੋਤ ਸਿੰਘ ਸਿੱਧੂ, ਤੇ ਤੀਸਰਾ ਸੰਗਤ ਸਿੰਘ ਗਿਲਜੀਆਂ ਦੀ ਭਾਲ ਜਾਰੀ ਹੈ। ਹੋਰ ਵੀ ਕੋਈ ਡਿੱਕੇ ਜਾ ਸਕਦਾ ਹੈ ਜਿਸ ਤਰ੍ਹਾਂ ਦਾ ਕੰਮ ਚੱਲ ਰਿਹਾ। ਪਰ ਸਮੱਸਿਆ ਇਹ ਹੈ ਕਿ ਅਕਾਲੀ ਤੇ ਸ਼ਾਇਦ ਆਪਣੇ ਜੇ ਤਰੀਕੇ ਨਾਲ ਮਨ ਨੂੰ ਸਮਝਾ ਬੈਠੇ ਹੋਣ, ਬੈਠੇ ਖੈਰ ਉਹ ਵੀ ਨਹੀਂ, ਪਰ ਕਾਂਗਰਸ ਵਾਲਿਆਂ ਨੂੰ ਗੱਲ ਇਹ ਹਾਜ਼ਮ ਨਹੀਂ ਹੋ ਰਹੀ ਕਿ ਅਸੀਂ ਇਸ ਵੇਲੇ ਬਿਲਕੁਲ ਹਾਸ਼ੀਏ ਤੇ ਜਾ ਚੁੱਕੇ ਹਾਂ। ਪੰਜਾਬ ਸਾਡਾ ਇੱਕ ਉੱਤਰੀ ਭਾਰਤ ਦਾ ਇੱਕ ਅਜਿਹਾ ਸੂਬਾ ਸੀ ਜਿੱਥੇ ਅਸੀਂ ਬੜੀ ਟੌਰ ਨਾਲ, ਫਖਰ ਨਾਲ ਇਹ ਗੱਲ ਕਹਿ ਸਕਦੇ ਸੀ ਕਿ ਸਾਡੇ ਕੋਲ ਇੱਕ ਬੜੀ ਉੱਤਮ ਬਾਰਡਰ ਸਟੇਟ ਹੈ ਜਿੱਥੇ ਸਾਡੀ ਸਰਕਾਰ ਹੈ। ਉਹ ਗੱਲ ਰਹੀ ਨਾ। ਵਿਰੋਧੀ ਧਿਰ ਵਾਲਾ ਅਹੁਦਾ ਮਸਾਂ ਮਿਲਿਆ ਤੇ ਵਿਧਾਨ ਸਭਾ ਦਾ ਸੈਸ਼ਨ ਮਸਾਂ 1 ਦਿਨ ਦਾ ਇੱਕ ਮੁੱਦੇ ਤੇ ਹੋਇਆ ਸੀ। ਉਸ ਤੋਂ ਬਾਅਦ ਉਹ ਵੀ ਨਹੀਂ ਹੋਇਆ ਤੇ ਜਲਦੀ ਉਹ ਵੀ ਹੋਵੇਗਾ। ਪਰ ਸਰਕਾਰ ਨੂੰ ਕਿਸੇ ਹੀਲੇ ਘੇਰਨਾ ਹੈ। ਅਸਲ ਮੁੱਦਾ ਮਕਸਦ ਇਹ ਹੈ। ਇੱਕ ਮੰਤਰੀ ਇਹਨਾਂ ਦਾ ਤੜਕੇ 3 ਵਜੇ ਚੁੱਕ ਲਿਆ ਗਿਆ ਤੇ ਦੂਸਰੇ ਦੀ ਭਾਲ ਜਾਰੀ ਹੈ। ਤੇ ਇਸ ਗੱਲੋਂ ਖਫਾ ਹੋ ਕੇ ਰਾਜਾ ਵੜਿੰਗ ਆਪਣੇ ਕਾਂਗਰਸੀ ਵਰਕਰਾਂ ਦੇ ਨਾਲ ਮੁੱਖ ਮੰਤਰੀ ਨੂੰ ਮਿਲਣ ਲਈ ਜਾ ਬੈਠੇ ਬਾਹਰ ਧਰਨੇ ਤੇ, ਇਹ ਕਹਿ ਕੇ ਕਿ ਮੁੱਖ ਮੰਤਰੀ ਨੇ ਸਾਨੂੰ ਸਮਾਂ ਦਿੱਤਾ ਹੋਇਆ। ਤੇ ਜੋ ਮੁੱਖ ਮੰਤਰੀ ਨੇ ਕਿਹਾ ਉਹ ਸਾਰਿਆਂ ਨੇ ਵੇਖਿਆ। ਮੈਂ ਪੜ੍ਹ ਕੇ ਸੁਣਾਵਾਂ ਉਹ ਜਿਹੜੇ ਲਫ਼ਜ਼ ਨੇ ਉਹ ਸੁਣਨ ਵਾਲੇ ਨੇ ਕਿ ਕੀ ਕਿਹਾ ਭਗਵੰਤ ਮਾਨ ਨੇ। ਜਦੋਂ ਰਾਜਾ ਵੜਿੰਗ ਉੱਥੋਂ ਦੁਪਹਿਰ ਚੱਲ ਕੇ ਤੇ ਹੁਣ ਪੁਲਿਸ ਉਹਨਾਂ ਨੂੰ ਉੱਥੋਂ ਲੈ ਗਈ ਹੈ ਤੇ ਦੂਰ ਜਾ ਕੇ ਛੱਡ ਦੇਵੇਗੀ ਤੇ ਉਹ ਉੱਥੋਂ ਲਾਂਭੇ ਹੋ ਗਏ ਨੇ ਤੇ ਧਰਨਾ ਵਗੈਰਾ ਚੁੱਕਿਆ ਗਿਆ। ਉਹ ਕਹਿੰਦੇ ਨੇ ਕਿ ਮੈਨੂੰ ਦੁੱਖ ਹੈ ਕਿ ਬਿਨਾਂ ਸਮਾਂ ਲਏ ਪੰਜਾਬ ਦੀ ਬਚੀ ਖੁਚੀ ਕਾਂਗਰਸ ਅੱਜ ਰਿਸ਼ਵਤ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਆਪਣੇ ਲੀਡਰਾਂ ਦੇ ਹੱਕ ਵਿੱਚ ਮੇਰੇ ਘਰ ਧਰਨਾ ਦੇਣ ਆਈ। ਪੰਜਾਬ ਲੁੱਟਣ ਵਾਲਿਆਂ ਦਾ ਸਾਥ ਦੇਣਾ ਇਹ ਸਬੂਤ ਹੈ ਕਿ ਰਿਸ਼ਵਤ ਇਹਨਾਂ ਦੇ ਖੂਨ ਵਿੱਚ ਹੈ। ਨਾਅਰੇ ਲਾ ਰਹੇ ਸਨ ਕਿ ਸਾਡੇ ਹੱਕ ਇੱਥੇ ਰੱਖ, ਮਤਲਬ ਕਿ ਰਿਸ਼ਵਤਖੋਰੀ ਇਹਨਾਂ ਦਾ ਹੱਕ ਹੈ। ਕੱਲ੍ਹ ਦੇ ਪ੍ਰੋਗਰਾਮ ਵਿੱਚ ਅਸੀਂ ਦੱਸਿਆ ਸੀ ਕਿ 4 ਜਿਹੜੇ ਨੇ ਉਹ ਸਰਕਾਰੀ ਮੁਲਾਜ਼ਮ ਜਿਹੜੇ ਨੇ, ਕੋਈ ਜੇਈ ਹੈ, ਕੋਈ SDO ਹੈ, ਕੋਈ ਬਾਰਡਰ ਦੇ ਉੱਤੇ ਜਿਹੜਾ ਆਪਣੇ ਟੈਕਸ ਦੀਆਂ ਪਰਚੀਆਂ ਕੱਟਦੇ ਨੇ, ਕੁਛ ਉਹ ਨੇ ਜੀ। ਪਰ 4 ਨਹੀਂ ਸੀ, 6 ਸੀ ਐਕਚੁਅਲ। 2 ਹੋਰ ਫੜੇ ਗਏ ਨੇ ਜਿਹੜੇ ਡੋਪ ਟੈਸਟ ਕਰਦੇ ਨੇ। ਜਿਹੜੇ ਅਸਲਾ ਧਾਰਕਾਂ ਦਾ ਹਰ ਸਾਲ ਡੋਪ ਟੈਸਟ ਹੁੰਦਾ ਹੈ, ਅਸਲੇ ਦਾ ਜਦੋਂ ਰੀਨਿਊ ਕਰਨਾ ਹੁੰਦਾ ਲਾਇਸੈਂਸ ਤੇ ਉਹਨਾਂ ਦਾ ਡੋਪ ਟੈਸਟ ਜ਼ਰੂਰੀ ਹੁੰਦਾ। ਉਸ ਵਿੱਚ ਵੱਡੇ ਪੱਧਰ ਤੇ ਘਪਲੇਬਾਜ਼ੀ ਹੋ ਰਹੀ ਸੀ। ਉਹ ਵੀ 2 ਫੜੇ ਗਏ ਨੇ, 6 ਨੇ। ਅੱਜ ਜਦੋਂ ਤੱਕ ਕਿ ਸਾਡਾ ਪ੍ਰੋਗਰਾਮ ਰਿਕਾਰਡ ਕੀਤਾ ਜਾਵੇਗਾ ਤੇ ਦਰਸ਼ਕਾਂ ਦੇ ਰੂਬਰੂ ਹੋਵੇਗਾ, ਉਦੋਂ ਤੱਕ ਪਤਾ ਨਹੀਂ ਕਿੰਨਿਆਂ ਦੀ ਹੋਰ ਸੂਚੀ ਆ ਜਾਵੇਗੀ। ਹਾਲਾਤ ਬਹੁਤ ਮਾੜੇ ਨੇ। ਕਾਂਗਰਸ ਵਾਲੇ ਇਹ ਗੱਲ ਕਹਿ ਰਹੇ ਨੇ ਕਿ ਧੱਕਾ ਹੋ ਰਿਹਾ ਸਾਡੇ ਨਾਲ ਤੇ ਸਿਆਸੀ ਬਦਲਾਖੋਰੀ ਹੋ ਰਹੀ ਹੈ। ਭਾਈ ਤੁਸੀਂ ਵੀ ਤਾਂ ਇਹੋ ਹੀ ਕਹਿੰਦੇ ਸੀ। ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦੇ ਸੀ? ਆਹ ਜਿਹੜਾ ਬਲੂੰਗੜਾ ਜਿਹਾ, ਆਹ ਇੱਕ ਬਾਂਦਰ ਜਿਹਾ, ਇਹ ਨਸ਼ਾ ਵੇਚਦੇ ਰਹੇ ਨੇ, ਨਹੀਂ ਫਲਾਨਾ ਕੰਮ ਕੀਤਾ, ਮੈਂ ਇਹਨਾਂ ਨੂੰ ਪਿੱਛੇ ਡੱਕ ਦੂੰ, ਐਂ ਕਰ ਦੂੰ, ਉਹ ਕਰ ਦੂੰ। ਕੀਤਾ ਕੱਖ ਵੀ ਨਾ। ਤੇ ਜਦੋਂ ਪੱਤਰਕਾਰ ਉਹਨਾਂ ਨੂੰ ਪੁੱਛਦੇ ਸੀ ਕਿ ਤੁਸੀਂ ਫਲਾਨੇ ਬਾਰੇ ਦੱਸੋ, ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਪਤਾ ਨਹੀਂ ਕਿਹੜਾ ਲਫ਼ਜ਼ ਵਰਤਿਆ, ਸੁਖਬੀਰ ਸਿੰਘ ਬਾਦਲ ਬੈਟਰ, ਕਹਿੰਦੇ ਉਹ ਕੁਛ ਠੀਕ ਹੈ। ਤੇ ਬਿਕਰਮ ਸਿੰਘ ਮਜੀਠੀਆ, ਮੈਂ ਉਹਦੇ ਬਾਰੇ ਬਹੁਤਾ ਜਾਣਦਾ ਨਹੀਂ। ਹੱਦ ਹੋ ਗਈ ਹੈ। ਇਵੇਂ ਮੁਕਰਨਾ ਕਿੱਥੋਂ ਸਿੱਖ ਲਿਆ ਜੇ ਤੁਸੀਂ? ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ 4.5 ਸਾਲ ਸਰਕਾਰ ਚਲਾਈ ਹੈ, ਮੂੰਹ ਵਿੱਚ ਘੁੰਗਣੀਆਂ ਪਾ ਕੇ ਬਹੁਤੇ ਕਾਂਗਰਸੀ ਬੈਠੇ ਰਹੇ ਤੇ ਉਹ ਜਿਸ ਨੇ ਸਭ ਤੋਂ ਵੱਧ ਆਵਾਜ਼ ਉਠਾਈ ਅੱਜ ਅੰਦਰ ਬੈਠਾ ਹੈ, ਉਹਦੇ ਹੱਕ ਵਿੱਚ ਬੋਲਣ ਵਾਲੇ ਕਿੰਨੇ ਨੇ? ਜੇ ਪੰਜਾਬ ਵਿੱਚੋਂ ਗਿਣੇ ਚੁਣੇ ਇਮਾਨਦਾਰ ਬੰਦਿਆਂ ਦੀ ਸੂਚੀ ਰਾਜਨੇਤਾਵਾਂ ਦੀ ਤਿਆਰ ਕਰਨੀ ਹੋਵੇ ਤੇ ਇੰਨੀ ਕੁ ਸੂਚੀ ਬਣਨੀ ਹੈ ਤੇ ਉਹਦੇ ਵਿੱਚ 1-2 ਨਾਂ ਹੀ ਜਿਹੜੇ ਨੇ ਪ੍ਰਮੁੱਖਤਾ ਨਾਲ ਆਉਣਗੇ। ਸਾਰਿਆਂ ਨੂੰ ਪਤਾ ਨਹੀਂ, ਪਤਾ ਹੈ ਕਿ ਕਿਹੜੇ ਨਾਂ ਹੋਣਗੇ। ਉਹ ਇਸ ਗੱਲ ਬਾਰੇ ਬਰੀਕੀ ਜਾਣ ਦੀ ਲੋੜ ਨਹੀਂ ਹੈ। ਤੁਸੀਂ ਜਿਨ੍ਹਾਂ ਦੇ ਬਾਰੇ ਰੌਲੇ ਪੈਂਦੇ ਰਹੇ, ਜਿਨ੍ਹਾਂ ਦੀਆਂ ਜਾਂਚਾਂ ਚੱਲਦੀਆਂ ਰਹੀਆਂ, ਉਹ ਜਾਂਚ ਵੀ ਜਿਹੜੀ ਸੀ ਉਹ ਇਸ ਤਰ੍ਹਾਂ ਦੀ ਹੋਈ ਕਿ ਉਹ ਪਤਾ ਨਹੀਂ ਠੀਕ ਹੈ ਜਾਂ ਨਹੀਂ ਹੈ। ਉਹ ਇੰਨਾ ਕੁਛ ਹੋਇਆ ਤੇ ਤੁਸੀਂ ਉਹਨਾਂ ਦੇ ਹੱਕ ਵਿੱਚ ਧਰਨੇ ਦੇਣ ਲਈ ਦੁਪਹਿਰੇ ਦਿਨ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਾ ਬੈਠੇ ਹੋ। ਤੁਹਾਨੂੰ ਲੱਗਦਾ ਕਿ ਮੁੱਦਾ ਖੜਾ ਹੋ ਜਾਵੇਗਾ ਇਸ ਤਰ੍ਹਾਂ? ਗਲਤੀ ਕਰ ਰਹੇ ਹੋ ਤੁਸੀਂ। ਮੈਂ ਦੱਸ ਸਕਦਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਪੜ੍ਹੀਆਂ ਜਾ ਸਕਦੀਆਂ ਨੇ। ਖਾਸ ਤੌਰ 'ਤੇ ਇਹ ਜਿੰਨੀਆਂ ਸੋਸ਼ਲ ਮੀਡੀਆ ਨੂੰ ਫੋਲੋ ਕਰਨ ਵਾਲੀਆਂ ਪਾਰਟੀਆਂ ਨੇ ਉਹਨਾਂ ਨੂੰ ਯੂਜ਼ ਕਰਦੀਆਂ ਨੇ, ਉੱਥੇ ਲੋਕਾਂ ਦੇ ਵਿਚਾਰ ਸੁਣ ਲੈਣ, ਦੇਖ ਲੈਣ, ਇਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਲੋਕ ਕਿੱਥੇ ਖਲੋਤੇ ਹੋਏ ਨੇ। ਭਾਵੇਂ ਉਸ ਅਜੇ ਤੱਕ ਸਾਬਤ ਨਹੀਂ ਹੋਏ। ਜਿੰਨੀ ਦੇਰ ਤੱਕ ਕਿਸੇ ਤੇ ਕੋਈ ਇਲਜ਼ਾਮ ਸਾਬਤ ਨਾ ਹੋ ਜਾਏ ਉਹ ਬੇਗੁਨਾਹ ਹੁੰਦਾ ਹੈ।
ਪਰ ਪਹਿਲੇ ਤੁਸੀਂ ਕਿਵੇਂ ਸਰਟੀਫਿਕੇਟ ਵੰਡਣ ਲੱਗ ਪਏ ਹੋ ਕਿ ਬੇਗੁਨਾਹ ਹੈ? ਫਿਰ ਤੁਸੀਂ ਜੇ ਇਹੋ ਹੀ ਗੱਲਾਂ ਸੀ ਤੇ ਜਦੋਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕੀਤਾ, ਉਹ ਕਿਉਂ ਕੀਤਾ? ਉਹਨਾਂ ਦਾ ਕੀ ਕਸੂਰ ਸੀ? ਤੁਸੀਂ ਕਹਿੰਦੇ ਸੀ ਕਿ ਉਹਨਾਂ ਨੇ ਕੁਝ ਮੁੱਦਿਆਂ ਤੇ ਕਾਰਵਾਈ ਨਹੀਂ ਕੀਤੀ। ਉਹ ਫਿਰ ਕਿਹੜੇ ਮੁੱਦੇ ਸੀ? ਬੇਅਦਬੀ ਦਾ ਮੁੱਦਾ ਸੀ, ਰੇਤਾ ਦਾ ਮੁੱਦਾ ਸੀ, ਕੇਬਲ ਦਾ ਸੀ, ਟਰਾਂਸਪੋਰਟ ਦਾ ਸੀ। ਫਿਰ ਤੁਸੀਂ ਰਾਜਾ ਵੜਿੰਗ ਜੀ, ਜਿੱਦਣ ਤੁਹਾਨੂੰ ਟਰਾਂਸਪੋਰਟ ਮਿਨਿਸਟਰ ਬਣਾਇਆ ਗਿਆ ਚੰਨੀ ਸਰਕਾਰ ਦੇ ਵਿੱਚ, ਤੁਸੀਂ ਕਿਉਂ ਭੱਜ ਪਏ ਰਾਤੋਂ ਰਾਤ ਤੇ ਕਿਉਂ ਤੁਸੀਂ ਘਪੜੇ ਤੇ ਘਪਲਾ ਕੱਢ ਕੇ ਲਿਆ ਰਹੇ ਸੀ? ਤੁਹਾਨੂੰ ਤਾਂ ਕਿਸੇ ਨੇ ਰੋਕਿਆ ਨਹੀਂ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ। ਤੁਸੀਂ ਬੱਸਾਂ ਦੇ ਪਰਮਿਟ ਜਿਹੜੇ ਸੀ ਅੰਦਰ ਵੜ ਕੇ ਚੈਕਿੰਗ ਕਰਦੇ ਸੀ, ਰੱਦ ਕਰ ਦਿੰਦੇ ਸੀ। ਉੱਥੇ ਜਿਹੜੇ ਖੋਖੇ ਲੱਗੇ ਹੋਏ ਸੀ ਨਾ ਦੁਕਾਨਾਂ ਵਾਲੇ, ਉਹਨਾਂ ਦੇ ਵੀ ਮਗਰ ਚੜੇ ਸੀ ਉਦੋਂ ਰਾਜਾ ਵੜਿੰਗ ਹੋਣੀ। ਬਿਲਕੁਲ ਸਭ ਕੁਝ ਕਰ ਰਹੇ ਸੀ। ਜਿਹੜਾ ਇੱਕ ਗੱਲ ਮੰਨਣੀ ਪੈਗੀ ਰਾਜਾ ਵੜਿੰਗ ਨੂੰ। ਰਾਜਾ ਵੜਿੰਗ ਦੀ ਅਸੀਂ ਮੰਨਦੇ ਹਾਂ ਉਹ ਇਹ ਕਿ ਉਹਨਾਂ ਨੇ ਕੰਮ ਕੀਤਾ ਹੈ, ਜਿੰਨਾ ਕੁਛ ਮਹੀਨੇ ਉਹਨਾਂ ਨੂੰ ਜਿਹੜਾ ਸਮਾਂ ਮਿਲਿਆ ਸੀ ਕੀਤਾ ਹੈ ਤੇ ਕਰਕੇ ਵਿਖਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਬਾਕੀ ਤੇ ਸੁੱਤੇ ਰਹੇ ਮਹਿਕਮੇ, ਕੁਝ ਹੋਇਆ ਹੀ ਨਹੀਂ। ਪੰਜਾਬ ਨੂੰ ਲੁੱਟ-ਪੁੱਟ ਕੇ ਖਾ ਲਿਆ ਗਿਆ। ਉਹ ਪੰਜਾਬ ਦੇ ਪੱਲੇ ਕੁਛ ਨਾ ਰਿਹਾ। ਕਰਜ਼ਾ ਤੁਸੀਂ ਗਿਣਾਈ ਜਾਂਦੇ ਹੋ, ਸੜਕਾਂ ਤੁਸੀਂ ਧੜ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਇਲੈਕਸ਼ਨਾਂ ਆਉਣ ਲੱਗੀਆਂ। ਮਾੜੀ ਕਿਸਮ ਦਾ, ਘਟੀਆ ਕਿਸਮ ਦਾ ਮਟੀਰੀਅਲ ਟੋਲ ਲਾ ਕੇ ਕੱਲੀ ਸੜਕ ਤੇ ਤੁਸੀਂ ਪੰਜਾਬ ਨੂੰ ਵੇਚ ਦਿੱਤਾ। ਵੱਡੇ ਮਹਿਕਮਿਆਂ 'ਚ ਵੱਡੇ ਘਪਲੇ ਹੋ ਗਏ ਔਰ ਤੁਸੀਂ ਰੋਜ਼ਗਾਰ ਕਿਸੇ ਨੂੰ ਦੇ ਨਾ ਸਕੇ। ਤੁਸੀਂ ਆਟਾ ਚੌਲ ਵੰਡਣ ਤੇ ਆ ਗਏ। ਉਹ ਸੂਬਾ ਜੋ ਦੇਸ਼ ਵਾਸਤੇ ਅੰਨਦਾਤਾ ਸੀ, ਜਿਸ ਦੇ ਮੂਹਰੇ ਸਾਰਾ ਦੇਸ਼ ਥਾਲ ਲੈ ਕੇ ਖੜਦਾ ਸੀ ਕਿ ਸਾਨੂੰ ਚੌਲ ਦਿਓ, ਸਾਨੂੰ ਕਣਕ ਦਿਓ, ਸਾਨੂੰ ਫਲਾਨੀ ਚੀਜ਼ ਦਿਓ, ਉਹ ਤੁਸੀਂ ਉੱਥੇ ਦੇ ਲੋਕਾਂ ਨੂੰ ਮੰਗਤੇ ਬਣਾ ਕੇ ਰੱਖ ਦਿੱਤਾ। ਕਲੈਕਟਿਵ ਰਿਸਪੌਂਸਿਬਿਲਿਟੀ ਰਾਜਾ ਵੜਿੰਗ ਜੀ ਨੂੰ ਲੈਣੀ ਪਏਗੀ। ਮੈਂ ਉਹਨਾਂ ਦੇ ਕੀਤੇ ਹੋਏ ਕੰਮ ਦੀ ਸ਼ਲਾਘਾ ਕਰਦਾ ਜਿਹੜਾ ਉਹਨਾਂ ਨੇ ਚੰਨੀ ਸਰਕਾਰ ਵਿੱਚ ਕੀਤੇ ਸੀ। ਪਰ ਇਸ ਵੇਲੇ ਜੋ ਰਾਜਾ ਵੜਿੰਗ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਮੈਂ ਬਿਲਕੁਲ ਵੀ ਸਾਥ ਨਹੀਂ ਦੇਣ ਨੂੰ ਤਿਆਰ ਜੀ। ਉਹਨਾਂ ਨੂੰ ਰੈਸ਼ਨਲ ਹੋਣਾ ਪੈਣਾ ਹੈ। ਉਹਨਾਂ ਨੂੰ ਸੋਚਣਾ ਪੈਣਾ ਹੈ ਕਿ ਮੈਂ ਮੁੱਦਾ ਜੇ ਕੋਈ ਖੜਾ ਕਰਨਾ ਹੈ ਤੇ ਉਹ ਕਿਹੜਾ ਮੁੱਦਾ ਹੈ। ਉਹ ਗੱਲ ਕਰਨ ਕਿ ਜਿਹੜੀ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਸੀ ਉਹ ਜਾਰੀ ਕਰਵਾਓ ਭਾਈ ਛੇਤੀ। ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਓ। ਤੁਸੀਂ ਮੂਸੇਵਾਲਾ ਕਾਂਡ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਫੜੋ। ਇਹ ਮੁੱਦਾ ਤੁਸੀਂ ਕੀ ਲੈ ਕੇ ਬਹਿ ਗਏ ਹੋ ਕਿ ਤੁਸੀਂ ਸਾਡੇ ਖਿਲਾਫ ਸਿਆਸੀ ਬਦਲਾਖੋਰੀ ਹੋ ਰਹੀ ਹੈ? ਕੀ ਬਣੇਗਾ ਇਹਦੇ ਨਾਲ? ਅਜੇ ਕੁਝ ਨਹੀਂ ਬਣਨ ਵਾਲਾ। ਸਿਆਸੀ ਜਿਹੜੀ ਦੂਰ ਅੰਦੇਸ਼ੀ ਹੈ ਨਾ, ਉਹ ਇਹ ਕਹਿ ਰਹੀ ਹੈ ਇਸ ਵੇਲੇ ਇਹ ਮੁੱਦਾ ਨਹੀਂ ਖੜਾ ਹੋਣਾ। ਇਸ ਵੇਲੇ ਇਹ ਜਿਹੜੀ ਕਰਪਸ਼ਨ ਹੈ ਉਹ ਪੰਜਾਬ ਸਰਕਾਰ ਦੇ ਰਡਾਰ ਤੇ ਹੈ ਵੱਡੇ ਪੱਧਰ ਤੇ। ਇਸ ਦਾ ਖਾਮਿਆਜ਼ਾ ਮੌਜੂਦਾ ਸਰਕਾਰ ਦਾ ਇੱਕ ਮੰਤਰੀ ਵੀ ਭੁਗਤ ਚੁੱਕਾ ਹੈ। ਇੱਕ ਦੋ ਹੋਰ ਵੀ ਸੁਣਿਆ ਕਿ ਲਾਈਨ ਤੇ ਆ ਰਹੇ ਨੇ ਤੇ ਉਹਨਾਂ ਦੇ ਨਾਮ ਆ ਰਹੇ ਨੇ, ਭੁਗਤਣਗੇ ਉਹ ਵੀ। ਜੇ ਸਰਕਾਰ ਇਸੇ ਤਰ੍ਹਾਂ ਚੱਲਦੀ ਰਹੀ ਤੇ ਫਿਰ ਇਹੋ ਜਿਹੇ ਗੱਲਾਂ ਦਾ ਮੁੱਦਾ ਨਹੀਂ ਬਣਾਇਆ ਕੰਮ ਸਰਨਾ ਜੀ। ਬਿਲਕੁਲ ਲੋਕਾਂ ਦੀਆਂ ਨਿਗਾਹਾਂ 'ਚ ਆਉਣ ਦੇ ਹੋਰ ਵੀ ਬੜੇ ਤਰੀਕੇ ਨੇ, ਪਰ ਮੈਨੂੰ ਕਦੇ ਇੱਦਾਂ ਲੱਗਦਾ ਹੁੰਦਾ ਕਿ ਇਹ ਖਾਮਖਾ ਬਾਤ ਦਾ ਬਤੰਗੜ ਬਣਾ ਲੈਂਦੇ ਨੇ ਜਸਟ ਪਬਲਿਸਿਟੀ ਲਈ, ਮੀਡੀਆ 'ਚ ਆਉਣ ਵਾਸਤੇ। ਕੁਲਦੀਪ ਜੀ, ਮੈਂ ਕੱਲ ਬਹੁਤ ਹੈਰਾਨ ਹੋਈ, ਕਿਸੇ ਨਾਲ ਗੱਲਬਾਤ ਚੱਲ ਰਹੀ ਸੀ ਤੇ ਰਾਜਾ ਵੜਿੰਗ ਜਿਹੜੇ ਜਦੋਂ ਟਰਾਂਸਪੋਰਟ ਮੰਤਰੀ ਬਣੇ ਤੇ ਮੈਂ ਪੁੱਛਿਆ ਵੀ ਟਰਾਂਸਪੋਰਟ ਮੰਤਰੀ ਕੌਣ ਹੈ? ਕਹਿੰਦੇ ਰਾਜਾ ਵੜਿੰਗ। ਜੀ ਕੁਝ ਦਿਨ ਪਹਿਲਾਂ ਕੌਣ ਸੀ? ਰਾਜਾ ਵੜਿੰਗ ਤਾਂ ਬਾਅਦ 'ਚ ਬਣੇ ਜਦੋਂ ਚੰਨੀ ਸਰਕਾਰ ਆਈ। ਉਸ ਤੋਂ ਪਹਿਲਾਂ ਕੌਣ ਸੀ? ਤੁਸੀਂ ਹੈਰਾਨ ਹੋ ਜਾਓਗੇ, ਕਿਸੇ ਨੂੰ ਨਹੀਂ ਸੀ ਪਤਾ ਵੀ ਰਜ਼ੀਆ ਸੁਲਤਾਨਾ ਸੀ, ਕਿਉਂਕਿ ਮੰਤਰੀ ਜਦੋਂ ਕੁਝ ਕਰਦਾ ਹੈ ਤੇ ਤਾਂ ਹੀ ਜ਼ੁਬਾਨ ਤੇ ਉਹਦਾ ਨਾਂ ਚੜਦਾ ਹੈ। ਮੈਂ ਇਸੇ ਕਰਕੇ ਕਿਹਾ ਕਿ ਜਿਹੜਾ ਰਾਜਾ ਵੜਿੰਗ ਦੀ ਕਾਰਜਕਾਰੀ ਸੀ ਸ਼ਲਾਘਾਯੋਗ ਸੀ, ਪਰ ਉਹ ਲਿਮਟਿਡ ਟਾਈਮ ਸੀ, ਕੁਝ ਕਰ ਨਹੀਂ ਸੀ ਸਕੇ। ਅੱਜ ਜੇ ਕੁਝ ਹੋ ਰਿਹਾ ਤੇ ਜੇ ਇੱਕ ਗੱਲ ਹੋਰ ਹੈ, ਇੱਕ ਸਹੀ ਨੂੰ ਸਹੀ ਕਿਹੜਾ ਜਿਹੜਾ ਨਾ ਤੁਹਾਡੀ ਇੱਜ਼ਤ ਵੱਧਦੀ ਹੈ ਲੋਕਾਂ ਦੇ ਵਿੱਚ। ਜੀ ਬਿਲਕੁਲ। ਜਦੋਂ ਤੁਸੀਂ ਇੱਕ ਪਾਸੜ ਹੋ ਕੇ ਤੁਸੀਂ ਜੋ ਅੱਜ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਸ ਤਰ੍ਹਾਂ ਦਾ ਹਾਲ ਹੋਇਆ, ਇਹ ਮੈਂ ਸਮਝਦਾ ਸਿਆਣਪ ਦਾ ਸਬੂਤ ਨਹੀਂ ਹੈ। ਰਾਜਾ ਵੜਿੰਗ ਉਹਨਾਂ ਨੇ ਆਪਣੀ ਸੀਟ ਵੀ ਜਿੱਤੀ ਹੈ ਔਰ ਵਗਦੀ ਹਨੇਰੀ ਦੇ ਵਿੱਚ ਉਸ ਰੁੱਖ ਹੋਣ ਦਾ ਸਬੂਤ ਦਿੱਤਾ ਹੈ ਜਿਸ ਨੇ ਹਨੇਰੀ ਦੇ ਅੱਗੇ ਝੁਕਿਆ ਨਹੀਂ ਤੇ ਖਲੋਤਾ ਰਿਹਾ ਤੇ ਆਪਣੀ ਸੀਟ ਵੀ ਕੱਢੀ ਹੈ। ਵੱਡੇ ਖਤਮ ਹੋ ਗਿਆ ਉੱਥੇ। ਔਰ ਇਹਨਾਂ ਦੇ ਗਵਾਂਢ ਵਿੱਚ ਮਨਪ੍ਰੀਤ ਸਿੰਘ ਬਾਦਲ ਔਰ ਇੰਨਾ ਵੱਡਾ ਨਾਮ ਬਾਦਲ ਪਰਿਵਾਰ ਦਾ ਨਾਮ ਹੈ, ਸਭ ਕੁਛ ਹੈ। ਵਿੱਤ ਮੰਤਰੀ 2-3 ਵਾਰੀ ਦੇ 4 ਵਾਰੀ ਦੇ ਵਿੱਤ ਮੰਤਰੀ ਉਹ ਪੂੰਝੇ ਗਏ 60 ਹਜ਼ਾਰ ਵੋਟਾਂ ਨਾਲ ਹਾਰ ਗਏ। ਰਾਜਾ ਵੜਿੰਗ ਨੂੰ ਮਾਣ ਹੋਣਾ ਚਾਹੀਦਾ ਆਪਣੇ ਆਪ ਤੇ, ਪਰ ਮੈਂ ਸਮਝਦਾ ਕਿ ਉਹ ਇੱਕ ਹਲਕੇ ਪੱਧਰ ਦੀ ਰਾਜਨੀਤੀ ਜਿਹੜੀ ਹੈ ਉਹ ਨਾ ਕਰਨ ਤੇ ਲੋਕਾਂ ਵਿੱਚ ਵੈਸੇ ਹੀ ਉਹਨਾਂ ਦਾ ਨਾਮ ਹੈਗਾ। ਜਿੱਦਣ ਕੋਈ ਮੁੱਦਾ ਹੋਵੇ ਠੋਕ ਕੇ ਲਿਆਉਣ, ਲੋਕਾਂ ਦੇ ਮੂਹਰੇ ਰੱਖਣ। ਜੇ ਰੋਜ਼ ਛੋਟੇ ਮੁੱਦੇ ਰੱਖਣਗੇ ਨਾ ਤੇ ਫਿਰ ਉਹ ਸ਼ੇਰ ਆਇਆ ਵਾਲੀ ਗੱਲ ਹੋਵੇਗੀ। ਜਦੋਂ ਅਸਲੀ ਮੁੱਦਾ ਕੋਈ ਰੱਖਣ ਲੱਗੇ ਨਾ ਤੇ ਅਸਲੀ ਸ਼ੇਰ ਆ ਗਿਆ ਫਿਰ ਉਹ ਗੱਲ ਨਹੀਂ ਸੁਣਨੀ ਲੋਕਾਂ ਨੇ। ਜੀ ਬਿਲਕੁਲ, ਬਣੀ ਬਣਾਈ ਭੱਲ ਜਿਹੜੀ ਉਹਨਾਂ ਨੂੰ ਆਪਣੀ ਸਾਂਭ ਲੈਣੀ ਚਾਹੀਦੀ ਹੈ। ਗੱਲ ਪੰਜਾਬ ਦੀ ਰਾਜਨੀਤੀ ਦੀ ਹੋਰ ਵੀ ਕਰਾਂਗੇ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ। ਜਲਦ ਹਾਜ਼ਰ ਹੁੰਦੇ ਹਾਂ।
ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਬੜੇ ਦਿਨਾਂ ਦੀਆਂ ਖਬਰਾਂ ਆ ਰਹੀਆਂ ਨੇ, ਸ਼ਰਾਬ ਸਸਤੀ ਹੋ ਜਾਣੀ, 1 ਜੁਲਾਈ ਨੂੰ ਇੰਨੇ ਵਾਲੀ ਬੋਤਲ ਇੰਨੇ 'ਚ ਮਿਲਣੀ ਆ। ਹੱਸ ਕੇ ਵੀ ਕਈ ਖਬਰਾਂ ਦੇ ਰਹੇ ਨੇ, ਸੁਣਨ ਵਾਲੇ ਖੁਸ਼ ਵੀ ਹੋ ਰਹੇ ਨੇ, ਪਰ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ ਕਿ ਆਬਕਾਰੀ ਨੀਤੀ ਹੈ ਕੀ? ਬੇਸਿਕਲੀ ਆਬਕਾਰੀ ਨੀਤੀ ਪੂਰੀ ਟੈਕਸੇਸ਼ਨ ਨੀਤੀ ਹੁੰਦੀ ਹੈ, ਜਿਸ ਦੇ ਤਹਿਤ ਇੱਕ ਵੱਡਾ ਮਾਲੀਆ ਜਿਹੜਾ ਹੈ ਉਹ ਸ਼ਰਾਬ ਤੇ ਇਸ ਦੇ ਨਾਲ ਜੁੜੇ ਹੋਏ ਕਾਰੋਬਾਰਾਂ ਤੋਂ ਸਰਕਾਰ ਇਕੱਠਾ ਕਰਦੀ ਹੈ। ਗੁਜਰਾਤ ਦੇ ਵਿੱਚ ਸ਼ਰਾਬਬੰਦੀ ਹੁੰਦੀ ਹੈ ਬੜੀ ਦੇਰ ਤੋਂ। ਖੈਰ, ਪੰਜਾਬ ਵੱਲ ਆਉਂਦੇ, ਪੰਜਾਬ ਦੀ ਇਕਾਨਮੀ ਵਾਸਤੇ ਆਬਕਾਰੀ ਨੀਤੀ ਰੀੜ੍ਹ ਦੀ ਹੱਡੀ ਦਾ ਕੰਮ ਕਰਦੀ ਰਹੀ ਹੈ। ਪਰ ਜਿਵੇਂ ਨਾ ਡਾਕਟਰ ਕੋਲ ਜਾਂਦੇ ਆ ਤੇ ਉਹ ਮਰੀਜ਼ ਨੂੰ ਚੈੱਕ ਕਰਕੇ ਕਹਿੰਦਾ, ਮਰੀਜ਼ ਕਹਿੰਦਾ ਮੇਰੀ ਪਿੱਠ ਵਿੱਚ ਦਰਦ ਬਹੁਤ ਰਹਿੰਦਾ ਹੈ, ਡਾਕਟਰ ਸਾਹਿਬ ਮੇਰੇ ਕੋਲੋਂ ਉੱਠਿਆ ਨਹੀਂ ਜਾਂਦਾ, ਤੁਰਿਆ ਨਹੀਂ ਜਾਂਦਾ, ਮੇਰੀ ਰੀੜ੍ਹ ਦੀ ਹੱਡੀ 'ਚ ਕੋਈ ਨੁਕਸ ਹੈ। ਹੁਣ ਪੁਰਾਣੇ ਤੇ ਕਹਿੰਦੇ ਤੁਸੀਂ ਚੁੱਕ ਪਈ ਹੈ, ਫਲਾਨਾ ਹੋਇਆ, ਆਹ ਹੋ ਗਿਆ। ਤੇ ਡਾਕਟਰ ਸਾਹਿਬ ਅੱਜ ਕੱਲ੍ਹ ਕਹਿੰਦੇ ਨੇ ਕਿ ਫਲਾਨੀ ਸਕੈਨ ਕਰਾਓ, ਹੁਣ ਆਹ ਕਰਵਾ ਲਓ। ਤੇ ਆਉਣ ਲੱਗਿਆਂ ਨੂੰ ਕਹਿੰਦੇ ਨੇ ਕਿ ਰੀੜ੍ਹ ਦੀ ਹੱਡੀ ਤਾਂ ਤੁਹਾਡੀ ਠੀਕ ਆ, ਡਿਸਕਾਂ ਜਿਹੜੀਆਂ ਨੇ ਨਾ ਉਹ ਹਿੱਲ ਗਈਆਂ ਨੇ। ਹੁਣ ਆਮ ਸਿੱਧੀ ਸਾਦੀ ਭਾਸ਼ਾ ਦੇ ਵਿੱਚ, ਚਲੋ ਜੋ ਵੀ ਹੋਵੇਗਾ, ਇਸ ਰੀੜ੍ਹ ਦੀ ਹੱਡੀ ਨੂੰ ਕੁੱਬ ਪਿਆ ਹੋਇਆ ਹੈ ਪੰਜਾਬ ਦੀ ਆਬਕਾਰੀ ਨੀਤੀ ਨੂੰ। ਇਸ ਦੀਆਂ ਡਿਸਕਾਂ ਵੀ ਹਿੱਲੀਆਂ ਹੋਈਆਂ ਨੇ ਤੇ ਡੈਮੇਜ ਹੋ ਚੁੱਕੀਆਂ ਨੇ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਸਾਨੂੰ ਇਸ ਗੱਲ 'ਤੇ ਜਿਹੜਾ ਹੈ ਉਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਨੂੰ ਨਵਿਆਉਣ ਦੀ ਲੋੜ ਹੈ ਤੇ ਚੰਗੇ ਤਰੀਕੇ ਨਾਲ ਹੱਥ ਪਾਉਣ ਦੀ ਲੋੜ ਹੈ। ਹੋਇਆ ਕੀ ਹੈ ਕਿ ਜਿਵੇਂ ਕਹਿੰਦੇ ਕਿ ਸਰਕਾਰ ਅਜੇ ਜੁਮਾ ਕੁਛ ਘੰਟੇ ਹੋਏ ਸੀ ਬਣੇ ਨੂੰ ਤੇ ਫਿਕਰ ਪੈ ਗਿਆ ਕਿ ਆਬਕਾਰੀ ਨੀਤੀ ਹੁਣ ਕੀ ਬਣਾਈਏ। ਮੈਂ ਇਹ ਸਮਝਦਾ ਕਿ ਸਰਕਾਰ ਨੇ ਇਸ ਮੁੱਦੇ 'ਤੇ ਸਿਆਣਪ ਦਾ ਸਬੂਤ ਦਿੱਤਾ ਉਸ ਵੇਲੇ ਜਦੋਂ ਉਹਨਾਂ ਨੇ 3 ਮਹੀਨੇ ਐਗਜ਼ਿਸਟਿੰਗ ਪਾਲਿਸੀ ਨੂੰ ਰੀਨਿਊ ਕਰ ਦਿੱਤਾ ਕਿ ਪਹਿਲੀ ਜਿਹੜੀ ਪਾਲਿਸੀ ਹੈ ਪਿਛਲੇ ਸਾਲ ਵਾਲੀ ਉਹਨੂੰ ਅੱਗੇ ਵਧਾਓ। ਮਾਰਚ 31 ਨੂੰ ਜਿਹੜੇ ਆਬਕਾਰੀ ਨਵੀਂ ਨੀਤੀ ਦੇ ਹਿਸਾਬ ਨਾਲ ਜਿਹੜੇ ਠੇਕੇ ਵਗੈਰਾ ਚੜ੍ਹਨੇ ਹੁੰਦੇ ਨੇ, ਡਿਸਟਰੀਬਿਊਸ਼ਨ ਹੋਣੀ ਹੈ, ਹੋਲਸੇਲਰ ਪਰਚੂਨ ਵਾਲੇ ਸਭ ਕੁਛ ਨੀਤੀਆਂ ਤੈਅ ਹੁੰਦੀਆਂ ਨੇ, ਉਹਨੂੰ 3 ਮਹੀਨੇ ਐਕਸਟੈਂਡ ਕਰ ਦਿਓ, ਭਾਵ ਅਪ੍ਰੈਲ, ਮਈ, ਜੂਨ। ਹੁਣ ਜੂਨ ਦੇ ਅਖੀਰ ਦੇ ਵਿੱਚ ਇਹ ਨਵੀਂ ਨੀਤੀ ਜਿਹੜੀ ਹੈ ਲਾਗੂ ਹੋ ਜਾਵੇਗੀ। 9 ਮਹੀਨੇ ਦਾ ਟੀਚਾ ਜਿਹੜਾ ਹੈ ਪੰਜਾਬ ਸਰਕਾਰ ਨੇ ਉਹ ਤਕਰੀਬਨ 9,500 ਕਰੋੜ, 9,647 ਕਰੋੜ ਐਗਜ਼ੈਕਟਲੀ ਰੱਖਿਆ ਕਿ ਇੰਨਾ ਮਾਲੀਆ ਅਸੀਂ ਇਕੱਠਾ ਕਰਨਾ ਹੈ ਸ਼ਰਾਬ ਦੇ ਟੈਕਸ ਤੋਂ। ਪਰ ਇਸ ਮਾਲੀਏ ਦੇ ਵਿੱਚ ਕੁਛ ਕੁ ਜਿਹੜੀਆਂ ਗੱਲਾਂ ਨੇ ਉਹ ਨਵੀਆਂ ਮੱਦਾਂ ਨੇ, ਨਵੀਆਂ ਸ਼ਰਤਾਂ ਨੇ। ਇੱਕ ਤਾਂ ਪੁਰਾਣਾ ਲਾਟਰੀ ਸਿਸਟਮ ਉਸ ਨੂੰ ਜਿਹੜਾ ਉਹ ਖਤਮ ਕਰ ਦਿੱਤਾ ਗਿਆ। ਕੁਛ ਹੋਰ ਟੈਂਡਰ ਜਿਹੜੇ ਹਨ ਹੋਰ ਤਰੀਕੇ ਦੇ ਨਾਲ ਪਾ ਕੇ ਤੇ ਉਹਨਾਂ ਦੇ ਥਰੂ ਜਿਹੜੇ ਠੇਕੇ ਦਿੱਤੇ ਜਾਣਗੇ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ 6378 ਠੇਕੇ ਨੇ ਛੋਟੇ ਜਿਹੇ ਸੂਬੇ ਦੇ ਵਿੱਚ। ਤਕਰੀਬਨ 6,500 ਠੇਕੇ ਪੰਜਾਬ ਵਿੱਚ ਨੇ। 177 ਗਰੁੱਪ ਜਿਹੜੇ ਨੇ ਚੁਣੇ ਗਏ ਨੇ, ਉਹਨਾਂ ਨੂੰ ਸ਼ਰਾਬ ਵੇਚਣ ਲਈ ਮਨਜ਼ੂਰੀ ਦਿੱਤੀ ਜਾਵੇਗੀ। ਉਹਨਾਂ ਦਾ ਆਪਸੀ ਜਿਹੜਾ ਇੱਕ ਬਜਟ ਜਿਹਾ ਹੋਵੇਗਾ ਉਹ 30 ਕਰੋੜ ਦਾ ਹੋਵੇਗਾ। ਤੇ ਨਵੇਂ ਲਾਇਸੈਂਸ ਤੇ ਡਿਸਟਿਲਰੀਆਂ, ਨਵੀਆਂ ਸ਼ਰਾਬ ਦੀਆਂ ਫੈਕਟਰੀਆਂ ਤੇ ਸ਼ਰਾਬ ਨੂੰ ਡਿਸਟਿਲ ਕਰਨ ਵਾਸਤੇ ਕਾਰਖਾਨਿਆਂ ਦੀ ਲਾਇਸੈਂਸਿੰਗ ਪ੍ਰਕਿਰਿਆ ਨੂੰ ਸੁਖਾਲਿਆ ਕੀਤਾ ਗਿਆ। ਕੋਟਾ ਸਿਸਟਮ ਕੁਝ ਖਾਸ ਮੁੱਦਿਆਂ ਤੇ ਜਿਹੜਾ ਹੈ ਬੀਅਰ ਵਗੈਰਾ ਤੇ ਦੱਸਦੇ ਨੇ ਕਿ ਕੋਈ ਖਤਮ ਕੀਤਾ ਜਾ ਰਿਹਾ, ਜਿਸ ਨਾਲ ਵਿਦੇਸ਼ੀ ਨਿਵੇਸ਼ਕ ਤੇ ਵਿਦੇਸ਼ੀ ਬ੍ਰਾਂਡ ਜਿਹੜੇ ਨੇ ਉਹਨਾਂ ਨੂੰ ਇੱਥੇ ਪਰਚੂਨ ਵਿਕਰੇਤਾਵਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਮਿਲੇਗੀ। ਅਸਲੀ ਜਿਹੜੀ ਗੱਲ ਹੈ ਇਹ ਮਾਲੀਆ ਕਿਵੇਂ ਵਧੇਗਾ, ਉਸ ਵਿੱਚ ਸਰਕਾਰ ਨੇ ਇਹ ਕੋਸ਼ਿਸ਼ 2 ਜਿਹੜੇ ਨੇ ਤਰੀਕੇ ਅਪਣਾਏ ਨੇ। ਨੰਬਰ 1 ਤਰੀਕਾ ਉਹ ਇਹ ਕਿ ਹਰਿਆਣਾ, ਚੰਡੀਗੜ੍ਹ ਜਾਂ ਹੋਰ ਕਿਸੇ ਸੂਬਾ ਜਿਸ ਨਾਲ ਪੰਜਾਬ ਦੀ ਸਰਹੱਦ ਲੱਗਦੀ ਹੈ ਤੇ ਉੱਥੋਂ ਜਿਹੜੀ ਸ਼ਰਾਬ ਆਉਂਦੀ ਹੈ ਫਿਰ ਪੰਜਾਬ ਨੂੰ ਮਾਲੀਏ ਦਾ ਘਾਟਾ ਪੈਂਦਾ, ਉਹਨਾਂ ਦੇ ਬਾਰੇ ਇਹ ਕੀਤਾ ਜਾ ਰਿਹਾ ਕਿ ਨਾਲ ਲੱਗਦੇ ਸੂਬਿਆਂ ਦੇ ਬਰਾਬਰ ਕੀਮਤ ਜਿਹੜੀ ਹੈ ਪੰਜਾਬ ਦੇ ਵਿੱਚ ਸ਼ਰਾਬ ਦੀ ਉਹ ਕਰ ਦੇਣ ਦੀ ਤਜਵੀਜ਼ ਹੈ, ਲਾਗੇ ਛਾਗੇ ਕਰ ਦਿੱਤੀ ਜਾਵੇਗੀ, ਜਿਸ ਨਾਲ ਦੂਸਰੇ ਸੂਬਿਆਂ ਤੋਂ ਸ਼ਰਾਬ ਦੀ ਸਮਗਲਿੰਗ ਤੇ ਚੋਰੀ ਜਿਹੜੀ ਹੋ ਕੇ ਆਉਂਦੀ ਹੈ ਉਹ ਬੰਦ ਹੋਵੇਗੀ। ਦੂਸਰਾ ਇਹ ਹੈ ਕਿ ਜੋ ਪੁਲਿਸ ਫੋਰਸ ਇਸ ਵੇਲੇ ਕੰਮ ਕਰ ਰਹੀ ਹੈ, ਜੋ 2 ਨੰਬਰ ਦੀ ਸ਼ਰਾਬ ਵਿਕਦੀ ਹੈ, ਇਸ ਵਿੱਚ ਉਹ ਲਾਣ ਵਗੈਰਾ ਨਹੀਂ ਹੈ, ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ। ਜੋ ਨਕਲੀ ਸ਼ਰਾਬ ਹੈ, ਭਾਵ ਫੈਕਟਰੀਆਂ ਵਿੱਚੋਂ ਨਿਕਲਦੀ ਹੈ, ਉਸ ਦਾ ਟੈਕਸ ਨਹੀਂ ਦਿੱਤਾ ਜਾਂਦਾ ਤੇ ਨਾ ਠੇਕੇਦਾਰਾਂ ਦੀ ਕਿਸੇ ਗਿਣਤੀ ਚ ਆਉਂਦੀ ਹੈ ਤੇ ਨਾ ਉਸ ਦਾ ਟੈਕਸ ਕੋਈ ਸਰਕਾਰ ਨੂੰ ਜਾਂਦਾ ਹੈ, ਪਰ ਉਹ ਲੋਕਾਂ ਦੇ ਮੂੰਹ ਤੱਕ ਪਹੁੰਚ ਜਾਂਦੀ ਹੈ। ਇਸੇ ਤਰੀਕੇ ਨਾਲ ਬਾਹਰੋਂ ਬਾਹਰ ਇੱਕ ਸਿਸਟਮ ਜਿਹੜਾ ਬਣ ਗਿਆ, ਉਸ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੀਆਂ 2 ਸਪੈਸ਼ਲ ਬਟਾਲੀਅਨ, ਜਿਸ ਵਿੱਚ ਪਤਾ ਨਹੀਂ ਕਿੰਨੇ ਮੁਲਾਜ਼ਮ ਹੋਣਗੇ, ਹਜ਼ਾਰਾਂ ਹੋ ਸਕਦੇ ਨੇ, ਉਹ ਲਾਉਣ ਦੀ ਤਜਵੀਜ਼ ਰੱਖੀ ਗਈ ਹੈ ਕਿ ਇਹਨੂੰ ਰੋਕਣਾ ਹੈ। ਇਹ ਚੋਰੀ
ਤੇ 2 ਨੰਬਰ ਦੀ ਸ਼ਰਾਬ ਜਿਹੜੀ ਅਸੀਂ ਬੰਦ ਕਰਨੀ ਹੈ। ਚੈਲੰਜ ਕੀ ਹੈ? ਮਾਹਿਰ ਇਹ ਕਹਿ ਰਹੇ ਨੇ ਕਿ ਸਰਕਾਰ ਕੋਲੋਂ ਇੰਨਾ ਮਾਲੀਆ ਨਹੀਂ ਇਕੱਠਾ ਹੋਣਾ। ਪਿਛਲੀ ਵਾਰੀ 12 ਮਹੀਨਿਆਂ ਵਿੱਚ ਇੰਨਾ ਮਾਲੀਆ ਜਿਹੜਾ ਸੀ, ਜਿੰਨਾ ਇਕੱਠਾ ਕਰਨ ਦੀ ਜਿਹੜੀ ਸੀ ਉਹ ਮੱਦ ਰੱਖੀ ਗਈ ਸੀ, ਉਸ ਨਾਲੋਂ ਥੋੜ੍ਹਾ ਜਿਹਾ ਪਿੱਛੇ ਰਹਿ ਗਿਆ ਸੀ। ਇਸ ਵਾਰੀ ਪਿਛਲੀ ਵਾਰੀ ਨਾਲੋਂ 40% ਵੱਧ ਟੈਕਸ ਜਿਹੜਾ ਹੈ ਉਹ ਸਰਕਾਰ ਅਗਰਾਉਣਾ ਚਾਹੁੰਦੀ ਹੈ ਸਿਸਟਮ ਨੂੰ ਸਿੱਧਾ ਕਰਕੇ। ਤੇ ਸ਼ਰਾਬ ਪੀਣ ਦੇ ਸ਼ੌਕੀਨਾਂ ਵਾਸਤੇ ਇਹ ਹੈ ਕਿ ਉਹਨਾਂ ਦੀ ਜੇਬ ਤੇ ਵਾਧੂ ਬੋਝ ਨਹੀਂ ਪਏਗਾ, ਪਰ 2 ਨੰਬਰ ਦੀ ਸ਼ਰਾਬ ਤੇ ਦੂਜੇ ਸੂਬਿਆਂ ਤੋਂ ਆਉਣ ਵਾਲੀ ਸ਼ਰਾਬ ਤੇ ਸ਼ਿਕੰਜਾ ਉਹ ਜਿਹੜਾ ਉਹ ਕੱਸਿਆ ਜਾਵੇਗਾ। ਹੁਣ ਨਾਲ ਇੱਕ ਹੋਰ, ਪੰਜਾਬ ਦੇ ਵਿੱਚ ਪਹਿਲਾਂ ਹੀ ਕਾਫੀ ਸ਼ਰਾਬ ਦੀਆਂ ਫੈਕਟਰੀਆਂ ਤੇ ਡਿਸਟਿਲਰੀਆਂ ਹਨ। ਤਕਰੀਬਨ ਜਿੰਨੀਆਂ ਪ੍ਰਾਈਵੇਟ ਖੰਡ ਮਿੱਲਾਂ ਨੇ ਜਿੱਥੇ ਗੰਨਾ ਜਾਂਦਾ ਹੈ ਉੱਥੇ ਸ਼ਰਾਬ ਬਣਦੀ ਹੈ। ਉੱਥੇ ਕੁਝ ਹੋਰ ਸਹੂਲਤਾਂ ਦੇਣ ਦੀ ਤਜਵੀਜ਼ ਸਰਕਾਰ ਦੀ ਹੈ ਕਿ ਗੰਨੇ ਦੀ ਫਸਲ ਨੂੰ ਵੀ ਹੁੰਗਾਰਾ ਮਿਲੇ, ਐਥਨੋਲ ਵਗੈਰਾ ਦੀ ਪ੍ਰੋਡਕਸ਼ਨ ਹੋਵੇ ਤੇ ਇਸ ਦੇ ਬਾਈ ਪ੍ਰੋਡਕਟ ਜਿਹੜੇ ਨੇ ਨਿਕਲਦੇ ਨੇ ਉਹਨਾਂ ਤੇ ਵੀ ਕੁਝ ਕੰਮ ਕੀਤਾ ਜਾਵੇ। ਨਵੀਂ ਨੀਤੀ ਬੜੇ ਸੋਚ ਵਿਚਾਰ ਤੋਂ ਬਾਅਦ 2-2.5 ਮਹੀਨੇ ਦਾ ਸਮਾਂ ਲੈ ਕੇ ਤਿਆਰ ਕੀਤੀ ਗਈ ਹੈ, ਔਰ ਇਹ ਕਿਵੇਂ ਦੀ ਲੱਗੇਗੀ ਪੰਜਾਬੀਆਂ ਨੂੰ ਤੇ ਪੰਜਾਬ ਦੇ ਖਜ਼ਾਨੇ ਵਾਸਤੇ ਕੀ ਕੰਮ ਕਰੇਗੀ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਜੀ ਕੁਲਦੀਪ ਜੀ, ਕੁਝ ਦਿਨਾਂ ਤੋਂ, ਪਿਛਲੇ 3 ਦਿਨਾਂ ਤੋਂ ਸਾਧੂ ਹੋਈ ਪਈ ਹੈ, ਤੇ ਸਾਧੂ ਦਾ ਤੇ ਮੈਨੂੰ ਪਤਾ ਵੀ ਕੌਣ ਹੈ। ਉਹਦੇ ਨਾਲ ਇੱਕ ਹੋਰ ਨਾਂ ਆ ਚਮਕੌਰ ਸਿੰਘ, ਉਹਦੇ ਬਾਰੇ ਮੈਨੂੰ ਬਹੁਤਾ ਨਹੀਂ ਪਤਾ, ਤੇ ਮਾੜੀ ਜੀ ਖੋਲਿਓ ਪੱਤਰੀ ਉਹਦੀ। ਥੋੜ੍ਹਾ ਜਿਹਾ ਦੱਸਾਂਗੇ। ਚਮਕੌਰ ਸਿੰਘ ਬੇਸਿਕਲੀ ਵਿਜੀਲੈਂਸ ਵਿਭਾਗ ਦੇ ਮੁਤਾਬਕ ਆਲ ਇਨ ਆਲ ਹੈ। ਸਾਬਕਾ DFO ਹੈ, ਡਿਸਟ੍ਰਿਕਟ ਫੋਰੈਸਟ ਆਫਿਸਰ। ਤੇ DFO ਤੇ ਹੋਰ ਵੀ ਪੰਜਾਬ ਵਿੱਚ ਬਹੁਤ ਹੋਣਗੇ, ਪਰ ਇਹ ਖਾਸਮ ਖਾਸ DFO ਸੀ ਜਿਸ ਨੇ ਦੱਸਿਆ ਜਾਂਦਾ ਕਿ ਬਹੁਤ ਜ਼ਿਆਦਾ ਨਜ਼ਦੀਕੀ ਜਿਹੜੀ ਸੀ ਸਾਧੂ ਸਿੰਘ ਧਰਮਸੋਤ ਦੇ ਨਾਲ ਬਣਾਈ। ਰਿਟਾਇਰਮੈਂਟ ਉਸਦੀ 2020 ਦੇ ਆਸ-ਪਾਸ ਹੁੰਦੀ ਹੈ, ਪਰ ਉਹ ਇੰਨਾ ਪਸੰਦ ਆਉਂਦਾ ਹੈ ਕਿ ਉਸਨੂੰ OSD ਵੀ ਬਣਾ ਲਿਆ ਜਾਂਦਾ ਹੈ ਤੇ ਹੋਰ ਵਿਸ਼ੇਸ਼ ਸਲਾਹਕਾਰ ਜਿਹੜਾ ਵਣ ਵਿਭਾਗ ਦੇ ਵਿੱਚ ਉਹਨੂੰ ਨਿਯੁਕਤ ਕੀਤਾ ਜਾਂਦਾ ਹੈ। ਤੇ ਬੜੇ ਖਾਸ ਅਹੁਦਿਆਂ ਤੇ ਖਾਸ ਹੁਕਮ ਜਿਹੜਾ ਸੀ ਉਹ ਸੀ ਕਿ ਸਾਰੀ ਗੱਲ ਚਮਕੌਰ ਸਿੰਘ ਦੀ ਸੁਣੀ ਜਾਣੀ ਹੈ। ਮਤਲਬ ਰਾਸ ਰਲ ਗਈ, ਬਿਲਕੁਲ ਬਿਲਕੁਲ ਰਲੀ ਹੋਈ ਰਾਸ ਸੀ। ਵਿਜੀਲੈਂਸ ਵਿਭਾਗ ਨੇ ਦੱਸਿਆ ਕਿ ਸਾਰੀ ਪੈਸੇ ਦੀ ਜਿਹੜੀ ਹਿਸਾਬ ਕਿਤਾਬ ਰੱਖਣ ਦੀ ਜ਼ਿੰਮੇਵਾਰੀ ਹੈ ਉਹ ਚਮਕੌਰ ਸਿੰਘ ਤੇ ਹੋਰ ਠੇਕੇਦਾਰ ਤੇ ਚਲੋ ਛੋਟੀਆਂ ਗੱਲਾਂ ਨੇ, ਪਰ ਕਦੀ ਜਿਵੇਂ ਕਹਿੰਦੇ ਨੇ ਕਿ ਮੈਂ ਕਦੀ ਹੱਥ ਨਹੀਂ ਲਾਇਆ, ਉਹ ਹੱਥ ਦੱਸਿਆ ਜਾਂਦਾ ਹੈ ਕਿ ਸਾਰਾ ਚਮਕੌਰ ਸਿੰਘ ਹੀ ਲਾਉਂਦੇ ਸਨ। ਇਹ 2-3 ਜਿਹੜੇ ਵੱਡੇ ਨਾਮ ਇਸ ਵਿੱਚ ਉੱਭਰ ਕੇ ਆਏ ਨੇ, ਬੜੇ ਧਾਰਮਿਕ ਜਿਹੇ ਨਾਮ ਨੇ ਇਹਨਾਂ ਦੇ, ਪਰ ਜੋ ਸਾਡੇ ਸਾਹਮਣੇ ਜਿਹੜੇ ਕੰਮ ਆ ਰਹੇ ਨੇ, ਬੜੀ ਮੰਦਭਾਗੀ ਸ਼ਰਮ ਦੀ ਗੱਲ ਹੈ ਕਿ ਕਿਵੇਂ ਪੰਜਾਬ ਨੂੰ ਝੂਨਾ ਲਾਇਆ ਗਿਆ ਔਰ ਕਿੰਨਾ ਕੁ ਲਾਇਆ ਗਿਆ, ਇਸ ਗੱਲ ਦਾ ਵੀ ਕੋਈ ਅੰਦਾਜ਼ਾ ਨਹੀਂ ਹੈ। ਹੁਣ ਚਮਕੌਰ ਸਿੰਘ ਜਿਹੜੇ ਨੇ ਉਹ ਗ੍ਰਿਫਤ ਵਿੱਚ ਨੇ। ਇਹ ਵੀ ਸੁਣ 'ਚ ਆਇਆ ਸੀ ਕਿ ਉਹ ਭੱਜਣ ਦੀ ਤਿਆਰੀ ਵਿੱਚ ਸੀ ਮੁਲਕ ਦੇ ਵਿੱਚੋਂ, ਤੇ ਉਹਨਾਂ ਨੂੰ ਐਨ ਮੌਕੇ 'ਤੇ ਜਿਹੜਾ ਸੀ ਗ੍ਰਿਫਤਾਰ ਕਰ ਲਿਆ ਗਿਆ ਸੀ। ਜੇ ਉਹ ਨਿਕਲ ਜਾਂਦੇ ਆਸਟ੍ਰੇਲੀਆ ਵਗੈਰਾ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਂਦਾ, ਤੇ ਫਿਰ ਵਾਰੰਟ ਵਗੈਰਾ ਇੰਟਰਨੈਸ਼ਨਲ ਜਾਰੀ ਕਰਨੇ ਜਿਹੜੇ ਸੀ ਉਹ ਬਹੁਤ ਮੁਸ਼ਕਿਲ ਹੁੰਦੇ ਨੇ। ਜੀ, ਰਾਜਨੀਤੀ ਚੋਂ ਨਿਕਲ ਕੇ ਗੱਲ ਕਿਸਾਨੀ ਦੀ ਵੀ ਕਰਦੇ ਹਾਂ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਹੁਣ ਰਾਜਨੀਤੀ ਚੋਂ ਨਿਕਲੀਏ ਤੇ ਕਿਸਾਨੀ ਦੀ ਕਰੀਏ। ਕੱਲ ਸੌਣੀ ਦੀਆਂ ਫਸਲਾਂ ਤੇ MSP ਦਿੱਤੀ ਕੇਂਦਰ ਨੇ, ਸ਼ਾਇਦ ਚਟਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਸਾਨਾਂ ਨੂੰ, ਪਰ ਕਿਸਾਨ ਖੁਸ਼ ਨਹੀਂ ਆ। ਉਹਨਾਂ ਨੇ ਮਹਿੰਗਾਈ ਦਰ ਸਾਹਮਣੇ ਰੱਖੀ ਹੈ ਵੀ ਆਹ ਦੇਖੋ ਮਹਿੰਗਾਈ ਇੰਨੀ ਹੋ ਗਈ, ਤੇ ਤੁਸੀਂ ਜਿਹੜਾ ਵਾਅਦਾ ਕੀਤਾ MSP 'ਚ ਉਹ ਤੇ ਆਟੇ 'ਚ ਲੂਣ ਦੇ ਬਰਾਬਰ ਹੈ। ਵਾਧਾ ਆਟੇ 'ਚ ਲੂਣ ਵੀ ਹੈ ਤੇ ਵਾਧਾ ਕਰਨ ਦਾ ਤਰੀਕਾ ਵੀ ਗਲਤ ਹੈ। ਦੇਖੋ, ਇਸ ਵੇਲੇ ਜਿਹੜੀ ਫਸਲ ਕਿਸਾਨਾਂ ਨੇ ਬੀਜਣੀ ਹੈ, ਜਿਹਦੀ ਬਿਜਾਈ ਹੋ ਰਹੀ ਹੈ, ਖਾਸ ਤੌਰ 'ਤੇ ਉੱਤਰੀ ਭਾਰਤ ਵਿੱਚ, ਕਈ ਉਹਨਾਂ ਸੂਬਿਆਂ 'ਚ ਹੋ ਚੁੱਕੀ ਹੈ ਸ਼ੁਰੂ, ਉਹ ਹੈ ਝੋਨਾ। ਚੌਲ ਦੀ ਪੈਦਾਵਾਰ ਇਸ ਵੇਲੇ ਲੋੜ ਹੈ। ਰੀਜ਼ਨ ਕੀ ਹੈ ਕਿ ਮਾਹਿਰ ਇਹ ਕਹਿੰਦੇ ਨੇ ਕਿ ਜਿਹੜੇ 3 ਖੇਤੀ ਕਾਨੂੰਨ ਸਰਕਾਰ ਲੈ ਕੇ ਆਈ ਸੀ, ਜੇ ਉਹ ਖੇਤੀ ਕਾਨੂੰਨ ਇਸੇ ਤਰ੍ਹਾਂ ਰਹਿੰਦੇ ਤੇ ਕੰਪੀਟੀਸ਼ਨ ਦੇ ਹਿਸਾਬ ਨਾਲ, ਵਰਲਡ ਮਾਰਕੀਟ ਦੇ ਹਿਸਾਬ ਨਾਲ ਫਸਲਾਂ ਵਿਕਦੀਆਂ, ਤੇ ਜੋ ਕਣਕ ਨੂੰ ਲੈ ਕੇ ਇਸ ਵੇਲੇ ਵਿਸ਼ਵ ਦੀ ਮੰਡੀ ਦੇ ਵਿੱਚ ਮਾਰਾਮਾਰੀ ਪਈ ਹੋਈ ਹੈ, ਸਰਕਾਰ ਦਾ ਜਲੂਸ ਨਿਕਲ ਜਾਣਾ ਸੀ ਲੋਕਾਂ ਦੇ ਮੂੰਹ ਤੱਕ ਦਾਣੇ ਪਹੁੰਚਾਉਣ ਲਈ। ਦੱਖਣ ਦੇ ਤੇ ਕੇਂਦਰ ਦੇ ਕੁਝ ਸੂਬਿਆਂ ਵਿੱਚ ਜੋ ਚੌਲ ਤੇ ਆਟਾ ਜਾਂ ਕਣਕ ਦੇਣ ਦੀ ਸਕੀਮ ਜਿਹੜੀ ਚਲਾਈ ਹੋਈ ਹੈ ਸਰਕਾਰ ਨੇ, ਉਸ ਦੇ ਤਹਿਤ ਕਣਕ ਦੀ ਪੈਦਾਵਾਰ ਘੱਟ ਹੋਣ ਕਰਕੇ ਜ਼ਿਆਦਾ ਚੌਲ ਦਿੱਤੇ ਜਾ ਰਹੇ ਨੇ। ਚੌਲਾਂ ਦੀ ਪੈਦਾਵਾਰ ਦੇ ਉੱਪਰ ਜੋ 100 ਰੁਪਈਆ ਵਧਾਇਆ ਗਿਆ, ਇੱਕ ਤੇ ਉਹ ਨਿਗੂਣਾ ਹੈ।
ਪਰ ਪਿਛਲੇ ਸਾਲਾਂ ਦੇ ਮੁਕਾਬਲੇ ਥੋੜ੍ਹਾ ਜਿਹਾ ਬੈਟਰ ਵੀ ਜਾਪਦਾ ਹੈ। ਐਨ ਮੌਕੇ 'ਤੇ ਜਦੋਂ ਇਸ ਫਸਲ ਦੀ ਲੁਆਈ ਹੋ ਰਹੀ ਹੈ ਤੇ ਪੰਜਾਬ ਵਿੱਚ ਸ਼ੁਰੂ ਕੱਲ੍ਹ ਤੋਂ ਹੋਣੀ ਹੈ, ਉਹਦੇ ਬਾਰੇ ਇਸ ਦਾ ਪਹਿਲਾਂ ਐਲਾਨ ਕਰ ਦੇਣਾ ਇਹ ਬਹੁਤ ਘੱਟ ਹੁੰਦਾ। ਆਮ ਤੌਰ 'ਤੇ ਫਸਲ ਦੇ ਬੀਜਣ ਤੋਂ ਬਾਅਦ ਕੀਤਾ ਜਾਂਦਾ ਹੈ। ਇਸ ਤੋਂ ਕੀ ਸਾਨੂੰ ਸੰਕੇਤ ਕੀ ਮਿਲਦਾ? ਸੰਕੇਤ ਇਹ ਹੈ ਕਿ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਧਰਤੀ ਦਾ ਪਾਣੀ ਬਚਾਓ ਤੇ ਫਸਲੀ ਚੱਕਰ ਅਪਣਾਓ ਤੇ ਇਸ ਫਸਲ ਤੋਂ ਛੁਟਕਾਰਾ ਪਾਓ, ਸਾਨੂੰ ਇਹਦੀ ਲੋੜ ਨਹੀਂ ਹੈ, ਸਾਨੂੰ ਅਰਹਰ ਬੀਜੋ, ਮੂੰਗੀ ਬੀਜੋ, ਮਾਹ ਬੀਜੋ, ਸੋਆ, ਫਲਾਨਾ ਪਤਾ ਨਹੀਂ ਕੀ ਕੀ ਹੋਰ ਗਿਣਾਉਂਦੇ ਰਹਿੰਦੇ ਨੇ। ਸਭ ਤੋਂ ਵੱਧ ਜਿਹੜਾ ਹੈ ਉਹ ਮੱਕੀ ਦੇ ਬਦਲਵੀਂ ਫਸਲ ਦੇ ਤੌਰ 'ਤੇ ਪੰਜਾਬ ਵਿੱਚ ਜ਼ੋਰ ਦਿੱਤਾ ਜਾਂਦਾ ਰਿਹਾ। ਮੱਕੀ ਦੀ ਫਸਲ ਦੇ ਵਿੱਚ ਨਿਗੂਣਾ ਜਿਹਾ ਵਾਧਾ ਕੀਤਾ ਗਿਆ, ਕੁਛ 1900 ਰੁਪਏ ਦੇ ਆਸ-ਪਾਸ ਸੁੱਕੀ ਮੱਕੀ ਦਾ ਰੇਟ ਜਿਹੜਾ ਤੈਅ ਕੀਤਾ ਗਿਆ। ਝੋਨੇ ਦੀ ਕੀਮਤ ਦੇ ਵਿੱਚ 100 ਰੁਪਈਆ ਪਾਇਆ। ਇੱਕ ਤੇ ਇਹ ਵੀ ਘੱਟ ਹੈ, ਕੁਛ ਇੱਕ ਦੋ ਦਾਣਾ ਹਨ ਜਿਨ੍ਹਾਂ ਦੀ ਕੀਮਤ ਦੇ ਵਿੱਚ ਜ਼ਿਆਦਾ ਵਾਧਾ ਕੀਤਾ ਗਿਆ ਪਰਸੈਂਟੇਜ ਦੇ ਹਿਸਾਬ ਨਾਲ। ਇੱਕ ਪਾਸੇ ਤੇ ਧਰਤੀ ਦਾ ਪਾਣੀ ਬਚਾਉਣਾ, ਫਸਲੀ ਚੱਕਰ ਤੋਂ ਜਿਹੜਾ ਤੋੜਨ ਦੀ ਲੋੜ ਹੈ, ਉਹਦੇ ਵਿੱਚ ਰਵਾਇਤੀ ਫਸਲਾਂ ਤੋਂ ਕਿਸਾਨਾਂ ਨੂੰ ਦੂਜੇ ਪਾਸੇ ਮੋੜਨ ਦੀ ਲੋੜ ਹੈ ਤੇ ਭਾਅ ਤੁਸੀਂ ਉਹਨਾਂ ਫਸਲਾਂ ਦਾ ਦੇ ਨਹੀਂ ਰਹੇ ਜੋ ਬਦਲਵੇਂ ਰੂਪ ਦੇ ਵਿੱਚ ਕਿਸਾਨ ਬੀਜ ਸਕਦੇ ਨੇ। ਇਹ ਕਾਹਦੀ ਨੀਤੀ ਹੋਈ? ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਮਹਿੰਗਾਈ ਦਾ ਜੋ ਇੰਡੈਕਸ ਹੈ, ਜੋ ਇੱਕ ਇਨਫਲੇਸ਼ਨ ਰੇਟ ਦਾ ਇੰਡੈਕਸ ਹੈ, ਉਸ ਦੇ ਮੁਤਾਬਕ ਇਹ ਵਾਧਾ ਬਹੁਤ ਥੋੜ੍ਹਾ ਹੈ। ਬਿਲਕੁਲ ਸਹੀ ਗੱਲ ਹੈ। ਤੁਸੀਂ ਖੇਤੀਬਾੜੀ ਦੇ ਵਿੱਚ ਸਭ ਤੋਂ ਪ੍ਰਮੁੱਖਤਾ ਨਾਲ ਵਰਤੀ ਜਾਣ ਵਾਲੀ ਚੀਜ਼ ਜਿਹੜੀ ਹੈ ਉਹ ਫਿਊਲ ਹੈ, ਡੀਜ਼ਲ ਹੈ। ਉਸ ਦੀ ਪ੍ਰਾਈਸ ਦੇਖੋ ਕਿੱਥੋਂ ਕਿੱਥੇ ਪਹੁੰਚ ਗਈ ਹੈ। ਹਾਲਾਂਕਿ ਪਿਛਲੇ ਦਿਨਾਂ ਵਿੱਚ ਥੋੜ੍ਹੀ ਜਿਹੀ ਘਟਾਈ ਗਈ ਹੈ, ਪਰ ਜਿੰਨੀ ਫਸਲ ਦੀ ਚੁਕਾਈ ਵਾਸਤੇ, ਬਿਜਾਈ ਵਾਸਤੇ ਕਿਸਾਨਾਂ ਨੇ ਜਿੰਨੀ ਕੀਮਤ ਡੀਜ਼ਲ ਦੀ ਪਿਛਲੇ ਕੁਝ ਮਹੀਨਿਆਂ 'ਚ ਦਿੱਤੀ ਹੈ, ਤਾਰੀ ਹੈ, ਉਹਨਾਂ ਦੇ ਕਿਸਾਨਾਂ ਦੇ ਪੱਲੇ ਕੀ ਬਚਿਆ ਹੋਵੇਗਾ? ਕੁਦਰਤੀ ਤੌਰ 'ਤੇ ਥੋੜ੍ਹਾ ਜਿਹਾ ਫਸਲਾਂ ਦੇ ਰੇਟ ਬੈਟਰ ਨੇ। ਕਣਕ ਦੇ ਮੁੱਦੇ 'ਤੇ ਸਰਕਾਰ ਜੋ ਕਦੇ ਕਿਹਾ ਕਰਦੀ ਸੀ ਕਿ ਤੁਹਾਨੂੰ ਕੌਣ ਕਹਿੰਦਾ ਕਣਕ ਬੀਜਣ ਨੂੰ, ਤੁਹਾਨੂੰ ਕੌਣ ਕਹਿੰਦਾ ਗੰਨਾ ਬੀਜਣ ਨੂੰ, ਤੁਸੀਂ ਚੌਲ ਬੀਜਣੇ ਛੱਡ ਦਿਓ। ਅਨਫੋਰਚੂਨੇਟਲੀ ਸਰਕਾਰ ਨੇ ਦੋ ਚੀਜ਼ਾਂ ਦੇ ਉੱਪਰ, ਇਹਨਾਂ ਦੇ ਐਕਸਪੋਰਟ ਦੇ ਉੱਪਰ ਕੰਟਰੋਲ ਕੀਤਾ ਹੋਇਆ। ਕਣਕ ਦੇ ਬਾਹਰ ਭੇਜਣ 'ਤੇ ਮੁਕੰਮਲ ਪਾਬੰਦੀ ਹੈ। ਖੰਡ ਦੀ ਮਨਜ਼ੂਰੀ ਜਿਹੜੀ ਹੈ, ਪਹਿਲਾਂ ਪਾਬੰਦੀ ਲਾ ਦਿੱਤੀ ਗਈ ਖੰਡ 'ਤੇ, ਫਿਰ ਕੁਝ 60 ਕੁ ਮਿੱਲਾਂ ਨੂੰ ਜਿਹੜੀ ਹੈ ਉਹ ਮਨਜ਼ੂਰੀ ਦਿੱਤੀ ਗਈ ਕਿ ਤੁਸੀਂ ਖਾਸ ਇੱਕ ਜਿਹੜੀਆਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਤਹਿਤ ਤੁਸੀਂ ਕੁਝ ਖਾਸ ਮਿਕਦਾਰ ਦੀ ਖੰਡ ਜਿਹੜੀ ਹੈ ਉਹ ਵਰਲਡ ਮਾਰਕੀਟ ਵਿੱਚ ਭੇਜ ਸਕਦੇ ਹੋ। ਉਹ ਤਾਂ ਜਾ ਕੇ ਉਹਨਾਂ ਦੇ ਸਾਹ ਵਿੱਚ ਸਾਹ ਆਇਆ। ਵਿਸ਼ਵ ਵਿੱਚ ਦੂਸਰੇ ਨੰਬਰ ਦਾ ਪ੍ਰੋਡਿਊਸਰ ਹੈ ਖੰਡ ਦਾ ਭਾਰਤ। ਅਤੇ ਬਦਲਵੀਂ ਫਸਲ ਦੇ ਰੂਪ ਦੇ ਵਿੱਚ ਜੇ ਗੰਨੇ ਨੂੰ ਪੇਸ਼ ਕੀਤਾ ਜਾਵੇ, ਅੱਜ ਐਥਨੋਲ ਜਿਹੜਾ ਹੈ ਫਿਊਲ ਦਾ ਬਾਇਓ ਪ੍ਰੋਡਕਟ ਨਿਕਲ ਕੇ ਸਾਹਮਣੇ ਆ ਰਿਹਾ, ਜੇ ਉਹਨੂੰ ਅਸੀਂ ਅਗਾਂਹ ਨਹੀਂ ਤੋਰ ਸਕਦੇ, ਗੰਨੇ ਦੀ ਕੀਮਤ ਲੈਣ ਵਾਸਤੇ ਯੂਪੀ ਅਤੇ ਪੰਜਾਬ ਅਤੇ ਮਹਾਰਾਸ਼ਟਰ ਦੇ ਕਿਸਾਨ ਮਰ ਰਹੇ ਨੇ, ਧਰਨੇ ਲਾ ਕੇ ਬੈਠੇ ਹੋਏ ਨੇ ਕਿ ਸਾਡੀ ਇੱਕ ਸਾਲ ਦੀ ਪੇਮੈਂਟ ਰੁਕੀ ਹੋਈ ਹੈ, ਉਹ ਦੇ ਦਿਓ ਭਾਈ। ਸਾਡੀ ਫਸਲ ਦੀ ਕੀਮਤ ਤੇ ਤੁਸੀਂ ਤੈਅ ਕਰ ਦਿੱਤੀ, ਪਹਿਲੀ ਤਾਂ ਗੱਲ ਉਹ ਵੀ ਠੀਕ ਨਹੀਂ ਹੈ, ਪਰ ਸਾਡੇ ਪੈਸੇ ਤਾਂ ਦੇ ਦਿਓ। ਪੰਜਾਬ ਦੇ ਕਿਸਾਨਾਂ ਨੇ 5 ਸਾਲ ਉਡੀਕ ਕੇ 50 ਰੁਪਏ ਫਵਾਏ ਧਰਨੇ ਲਾ ਕੇ, ਉਹ 35 ਰੁਪਏ ਸਰਕਾਰ ਅੱਜ ਵੀ ਦੇਣ 'ਚ ਨਹੀਂ ਆ ਰਹੀ ਜਿਹੜੇ ਸਰਕਾਰ ਨੇ ਦੇਣੇ ਨੇ। ਸਰਕਾਰ ਦੀਆਂ ਆਪਣੀਆਂ ਮਿੱਲਾਂ, ਕੋਆਪਰੇਟਿਵ ਮਿੱਲਾਂ ਅਦਾਇਗੀ ਦੇ ਮਾਮਲੇ ਵਿੱਚ ਪ੍ਰਾਈਵੇਟ ਤੋਂ ਵੀ ਪਛੜੀਆਂ ਹੋਈਆਂ ਨੇ। ਕਾਹਦਾ ਸਿਸਟਮ ਹੈ? ਕਿਸਾਨ ਨੂੰ ਬੇਸਿਕਲੀ ਸਮਝਿਆ ਕਦੀ ਨਹੀਂ ਗਿਆ ਅਤੇ ਨਾ ਕਿਸਾਨ ਨੂੰ ਕਦੀ ਪੁੱਛਿਆ ਗਿਆ। ਫਸਲਾਂ ਦੀ ਕੀਮਤ ਤੈਅ ਕਰਨ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੀਆਂ ਰਹੀਆਂ, ਘੱਟੋ ਘੱਟ ਉਹਨਾਂ ਵਿੱਚੋਂ ਕਿਸੇ ਨੂੰ ਤਾਂ ਕੌਨਫੀਡੈਂਸ ਵਿੱਚ ਲੈਣਾ ਚਾਹੀਦਾ ਸੀ। ਕਿਸਾਨ ਐਡੇ ਕਮਲੇ ਤਾਂ ਹੈ ਨਹੀਂ ਕਿ ਜਿਸ ਫਸਲ ਦੀ ਉਹਨਾਂ ਨੂੰ ਕੀਮਤ ਜਾਇਜ਼ ਤੌਰ 'ਤੇ 1000 ਰੁਪਏ ਲੱਗਦੀ ਹੋਵੇ ਕਿਸੇ ਇੱਕ ਦੀ, ਉਹਦਾ 5000 ਮੰਗ ਲੈਣਗੇ ਜਾਂ 2000 ਵੀ ਮੰਗ ਲੈਣਗੇ। ਭਾਈ ਜੇ ਤੁਹਾਡੀ ਇਕੋਨਮੀ ਠੀਕ ਆ, ਤੁਸੀਂ ਰੋਜ਼ TV ਡਿਬੇਟਸ ਦੇ ਵਿੱਚ ਤੁਹਾਡੀ ਸਰਕਾਰੀ ਜਿਹੜੇ ਤੁਹਾਡੇ ਬੁਲਾਰੇ ਨੇ ਸਰਕਾਰ ਦੇ, ਕੇਂਦਰ ਦੇ, ਉਹ ਦਮਗਜੇ ਮਾਰਦੇ ਨੇ ਕਿ ਸਾਡੀ ਇਕੋਨਮੀ ਇਸ ਸਪੀਡ ਨਾਲ ਗਰੋ ਕਰ ਰਹੀ ਹੈ, ਅਸੀਂ ਆਹ ਲੈ ਆਵਾਂਗੇ, ਅਸੀਂ ਉਹ ਕਰਾਂਗੇ। ਫਿਰ ਕਿਸਾਨਾਂ ਨੂੰ ਵੀ ਦੇ ਦਿਓ ਥੋੜ੍ਹਾ ਬਹੁਤ। ਕਿਸਾਨ ਕਿਉਂ ਧਰਨੇ ਲਾਉਣ 'ਤੇ ਮਜਬੂਰ ਨੇ? ਕਿਉਂ ਖੁਦਕੁਸ਼ੀਆਂ ਕਰਨ ਲਈ ਮਜਬੂਰ ਨੇ? ਕਣਕ ਦਾ ਝਾੜ ਘਟਿਆ ਅਤੇ ਅਜੇ ਮੰਡੀਆਂ ਦੇ ਵਿੱਚੋਂ ਕਣਕ ਦੀ ਚੁਕਾਈ ਹੋਈ ਨਹੀਂ ਅਤੇ ਖੁਦਕੁਸ਼ੀਆਂ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਪਈਆਂ। ਬਿਲਕੁਲ, ਇਹ ਇਕੱਲੇ ਪੰਜਾਬ ਵਿੱਚ ਨਹੀਂ, ਸਾਰੇ ਸੂਬਿਆਂ 'ਚ ਆਈਆਂ ਨੇ। ਮਹਾਰਾਸ਼ਟਰ ਵਿੱਚ ਬਹੁਤ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਪਹਿਲਾਂ ਵੀ। ਕਦੇ ਅੰਗੂਰਾਂ ਦਾ ਭਾਅ ਹੈ ਨਹੀਂ, ਕਦੇ ਅੰਬ ਦਾ ਹੈ ਨਹੀਂ, ਕਦੇ ਪਿਆਜ਼ ਦਾ ਹੈ ਨਹੀਂ, ਕਦੇ ਲਸਣ ਦਾ ਹੈ ਨਹੀਂ, ਕਦੇ ਸੇਬ ਦਾ ਹੈ ਨਹੀਂ। ਇਹ ਕੀ ਸਿਸਟਮ ਅਸੀਂ ਅਪਣਾਇਆ ਹੋਇਆ? ਦੂਸਰੀ ਗੱਲ, ਜਿਹੜੇ ਇਨੀ MSP ਦੀਆਂ 14 ਫਸਲਾਂ ਦੀ MSP ਤੈਅ ਕੀਤੀ ਹੈ, ਲੰਬੀ ਲਿਸਟ ਹੈ, ਚਲੋ ਹੁਣ ਕੀ ਸਾਂਝੀ ਕਰਨੀ ਹੈ ਕਿ ਇਹਦੇ 'ਤੇ ਕਿੰਨੀ ਵਧਾਈ ਹੈ, ਇਹ ਜਾਣਕਾਰੀ ਥਾਂ ਪਈ ਹੋਈ ਹੈ, ਦੇਖ ਸਕਦੇ ਨੇ ਸਾਡੇ ਦੇਖਣ ਵਾਲੇ, ਸਾਰੀ ਜਾਣਕਾਰੀ ਉਹਨਾਂ ਦੇ ਕੋਲ ਹੁੰਦੀ ਹੈ। ਪਰ
ਜਿਹੜੀਆਂ ਇਹ ਫਸਲਾਂ ਤੇ MSP ਦਾ ਐਲਾਨ ਕੀਤਾ ਗਿਆ ਔਰ ਬੜੇ ਜ਼ੋਰ ਸ਼ੋਰ ਨਾਲ ਕੀਤਾ ਗਿਆ, ਇਹ ਜਾਗ ਇੰਨੀ ਦੇਰ ਬਾਅਦ ਆਈ ਹੈ। ਕੀ ਸਰਕਾਰ ਦੱਸ ਸਕਦੀ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ 8 ਦਾ 10 ਦਿਨ ਜਦੋਂ ਦੀ ਇਹ ਮੋਦੀ ਸਰਕਾਰ ਆਈ ਹੈ, ਕਾਂਗਰਸ ਵਾਲੇ ਵੀ ਇਸ ਮਾਮਲੇ ਦੇ ਵਿੱਚ ਬਹੁਤ ਪਿੱਛੇ ਨੇ, ਉਹਨਾਂ ਕੋਲ ਵੀ ਜਵਾਬ ਨਹੀਂ ਹੋਵੇਗਾ। ਇਹ ਦੱਸ ਸਕਦੇ ਨੇ ਕਿ ਕਣਕ, ਚੌਲ, ਕਪਾਹ ਜਾਂ ਇੱਕ ਅੱਧੀ ਹੋਰ ਫਸਲ ਦੀ MSP ਤੋਂ ਬਿਨਾਂ ਇਹਨਾਂ ਨੇ ਕਿਹੜੀ ਫਸਲ ਦੀ MSP ਦਿੱਤੀ ਹੈ ਪ੍ਰੋਪਰ। ਕਪਾਹ ਦੀ ਵੀ ਗੱਲ ਇਹ ਹੈ ਕਿ ਨਰਮੇ ਦੇ ਉੱਪਰ ਜੋ CCI ਬਣੀ ਹੋਈ ਹੈ, ਕਾਟਨ ਕਾਰਪੋਰੇਸ਼ਨ ਆਫ ਇੰਡੀਆ, ਜਿਵੇਂ ਅਨਾਜ ਦੀ ਖਰੀਦ ਕਰਨ ਵਾਲੀ FCI ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਇਸ ਤਰ੍ਹਾਂ ਕਾਟਨ ਦੀ ਹੈ। ਉਹਨਾਂ ਨੇ ਕੀ ਕੰਮ ਫੜਿਆ ਹੋਇਆ ਕਿ ਜਿਵੇਂ ਇੱਕ ਜ਼ਿਲ੍ਹੇ ਦੇ ਵਿੱਚ ਜੇ 10 ਮੰਡੀਆਂ ਨੇ ਨਰਮੇ ਦੀਆਂ, ਕਪਾਹ ਦੀਆਂ, 2 ਵਿੱਚੋਂ ਖਰੀਦ ਕਰ ਲਈ, ਅਖਬਾਰਾਂ ਵਿੱਚ ਲਵਾਤਾ ਜੀ ਇਸ ਭਾਅ ਨੂੰ ਖਰੀਦ ਸਰਕਾਰ ਨੇ ਕੀਤੀ ਹੈ। ਸਿਰਫ ਖਾਨਾ ਪੂਰਤੀ ਕੀਤੀ ਗਈ, ਕੋਈ ਕਿਸਾਨ ਨੂੰ ਕੋਈ ਰਾਹਤ ਤਾਂ ਨਹੀਂ ਮਿਲੀ, ਸਿਰਫ ਖਾਨਾ ਪੂਰਤੀ ਹੈ। ਅਜੇ ਤੱਕ ਵੀ ਇਹੋ ਮੈਨੂੰ ਇਹ ਕਹਿਣ ਵਿੱਚ ਗੁਰੇਜ਼ ਨਹੀਂ ਹੈ। ਚੰਗਾ ਹੋਵੇ ਸਰਕਾਰ ਕਿਸਾਨਾਂ ਨੂੰ ਖੁਸ਼ ਵੀ ਕਰੇ, ਕਿਸਾਨ ਵੀ ਖੁਸ਼ ਹੋਣ, ਉਹ ਬਾਹਰਲੀ ਮਾਰਕੀਟ ਵਿੱਚ ਜਾਣ। ਕਿਉਂ ਅੱਜ ਸਰਕਾਰਾਂ, ਵਿਸ਼ਵ ਜਿਹੜਾ ਪੂਰਾ ਭਾਰਤ ਵੱਲ ਨੂੰ ਦੇਖ ਰਿਹਾ ਕਿ ਕਣਕ ਦਾ ਵੱਡਾ ਪ੍ਰੋਡਿਊਸਰ ਹੈ, ਖੰਡ ਦਾ ਵੱਡਾ ਪ੍ਰੋਡਿਊਸਰ ਹੈ, ਇਹ ਸਾਨੂੰ ਕੁਝ ਦੇਵੇਗਾ, ਤੇ ਇਹ ਜਿੰਦੇ ਮਾਰ ਕੇ ਬੈਠੇ ਹੋਏ ਨੇ। ਤੁਸੀਂ ਭਾਈ ਜੇ ਤੁਸੀਂ ਲੋਕਾਂ ਨੂੰ ਚੰਗੇ ਮੁੱਲ ਦਿੱਤੇ ਹੁੰਦੇ, ਲੋਕਾਂ ਨੇ ਫਸਲ ਬੀਜੀ ਹੁੰਦੀ, ਤੇ ਤੁਸੀਂ ਅੱਜ ਵੇਚਦੇ ਹੋ ਤਾਂ ਖੂਬ ਮਾਲੀਆ ਕਮਾਉਂਦੇ। ਤੁਸੀਂ ਬੈਨ ਲਾ ਕੇ ਬੈਠੇ ਹੋ ਕਿ ਅਸੀਂ ਨਹੀਂ ਦੇਣਾ, ਅਸੀਂ ਨਹੀਂ ਦੇਣਾ। ਠੀਕ ਹੈ, ਲੋੜ ਆਪਣੇ ਵੀ ਮੁਲਕ ਦੇ ਵਿੱਚ ਤੁਸੀਂ ਇੱਕ ਪਾਸੇ ਦੇ ਫੂਡ ਸਿਕਿਉਰਿਟੀ ਦੇ ਬਿੱਲ ਲਿਆਂਦੇ ਹੋਏ ਨੇ, ਇੱਦਾਂ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਨੇ ਰਾਸ਼ਨ ਦੀਆਂ ਹਰ ਸੂਬੇ ਦੇ ਵਿੱਚ, ਹਰ ਜਗ੍ਹਾ ਤੇ ਰਾਸ਼ਨ ਦੇਣਾ ਕਿੱਥੋਂ ਹੈ ਤੁਸੀਂ? ਕਿਸਾਨ ਜਦੋਂ ਖਤਮ ਹੋ ਜਾਵੇਗਾ ਫਿਰ ਕੌਣ ਪ੍ਰੋਡਿਊਸ ਕਰੇਗਾ? ਉਹ ਵੱਡੀਆਂ ਕਾਰਪੋਰੇਟ ਕੰਪਨੀਆਂ ਪ੍ਰੋਡਿਊਸ ਕਰਨਗੀਆਂ। ਫਿਰ ਗੱਫਾ ਕਿਹਨੂੰ ਜਾਵੇਗਾ? ਫਿਰ ਫਾਇਦਾ ਕੀ ਹੋਇਆ? ਛੋਟਾ ਕਿਸਾਨ, ਸੀਮਾਂਤ ਕਿਸਾਨ ਕੀ ਕਰੇਗਾ? ਸਰਕਾਰਾਂ ਕੋਲ ਇਹਨਾਂ ਗੱਲਾਂ ਦੇ ਜਵਾਬ ਨਹੀਂ। ਇਹ ਖਾਨਾ ਪੂਰਤੀ ਜਿਹੜੀ MSP ਹੈ, 1-2 ਫਸਲਾਂ ਨੂੰ ਛੱਡ ਕੇ ਬਾਕੀਆਂ ਦੇ ਉੱਪਰ ਸਰਕਾਰ ਦੇ ਕੋਲ ਰਿਕਾਰਡ ਨਹੀਂ ਹੋਵੇਗਾ। ਝੋਨੇ ਦੇ ਬਦਲਵੀਂ ਫਸਲ ਵਜੋਂ ਮੱਕੀ ਦੀ ਕਿੰਨੀ ਖਰੀਦ ਸਰਕਾਰ ਨੇ ਅੱਜ ਤੱਕ ਕੀਤੀ ਹੈ? ਜੇ ਕਿਤੇ ਅੰਕੜੇ ਸਾਹਮਣੇ ਆ ਜਾਣ ਤਾਂ ਹਾਸੋਹੀਣੀ ਸਥਿਤੀ ਹੋਵੇਗੀ। ਬਹੁਤ ਘੱਟ ਕਿਤੇ ਖਰੀਦੀ ਹੋਵੇਗੀ, ਮੱਕੀ ਨਹੀਂ ਖਰੀਦੀ ਜਾਂਦੀ ਜੀ। ਅੱਜ ਵੈਸੇ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਮੱਕੀ ਦਾ ਰੇਟ ਠੀਕ ਹੈ, ਪਰ ਸਰਕਾਰ ਉੱਥੇ ਹੀ ਬੈਠੀ ਹੈ ਕਿ ਅਸੀਂ ਆਹ ਖਰੀਦ ਕਰਾਂਗੇ, ਜਦ ਕਿ ਖਰੀਦ ਦਾ ਸਿਸਟਮ ਹੀ ਕੋਈ ਨਹੀਂ ਮੌਜੂਦ। ਸੋ ਇਹੋ ਜਿਹੀ ਗੱਲ ਹੈ, ਕਿਸਾਨਾਂ ਨੂੰ ਖੁਦ ਜਿਹੜੀ ਮਿਹਨਤ ਕਰਨੀ ਪਵੇਗੀ ਇੱਕ ਵਾਰੀ ਫੇਰ। ਇਹ ਐਲਾਨ ਨੇ ਅਜੇ, ਪਰ ਇਹਨਾਂ ਬਾਰੇ ਕੋਈ ਪ੍ਰੋਪਰ ਨੋਟੀਫਿਕੇਸ਼ਨ ਕਦੀ ਮੰਡੀਆਂ ਨੂੰ ਆਉਂਦਾ ਨਹੀਂ, ਕਦੀ ਕੋਈ ਖਰੀਦ ਦਾ ਸਿਸਟਮ ਬਣਾਇਆ ਜਾਂਦਾ ਨਹੀਂ। ਕੁਆਲਿਟੀ ਦੀ ਜਾਂ ਹੋਰ ਸਾਰੀ ਚੀਜ਼ਾਂ ਤੇ ਗੱਲਾਂ ਬਾਅਦ ਦੀਆਂ ਨੇ, ਪਰ ਸਰਕਾਰਾਂ ਨੇ ਸਿਰਫ ਮੂੰਹ ਪੂੰਝਣ ਵਾਲਾ ਕੰਮ ਕੀਤਾ ਜੀ। ਵਿਚਾਰਨਯੋਗ ਮੁੱਦੇ ਹਾਲੇ ਹੋਰ ਵੀ ਬੜੇ ਨੇ, ਪਰ ਪ੍ਰੋਗਰਾਮ ਦਾ ਜਿਹੜਾ ਸਮਾਂ ਇੱਥੇ ਖਤਮ ਹੁੰਦਾ ਹੈ। ਦਰਸ਼ਕਾਂ ਤੋਂ ਹੁਣ ਵਿਦਾ ਲੈ ਲਈਏ। ਤੁਹਾਡਾ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣੀ ਰਾਏ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਤੇ ਅਸੀਂ ਕੱਲ ਨੂੰ ਨਵੇਂ ਮੁੱਦਿਆਂ ਦੇ ਨਾਲ ਫੇਰ ਹਾਜ਼ਰੀ ਭਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।